ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ 6 ਸਤੰਬਰ ਦੇ ਕਰੰਟ ਅਫੇਅਰਸ ਕਰਨੇ ਆ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀ ਰਮਨਦੀਪ ਕੌਰ। ਮੇਕ ਸ਼ੋਰ ਕਿ ਇਸ ਤੋਂ ਪਹਿਲਾਂ ਤੁਸੀਂ ਅਗਸਤ ਮੰਥ ਦੇ ਕਰੰਟ ਅਫੇਅਰਸ ਪਲੱਸ 5 ਸਤੰਬਰ ਤੱਕ ਦੇ ਕਰੰਟ ਅਫੇਅਰਸ ਨੇ ਜਿਹੜੇ ਸਾਰੇ ਦੇਖ ਲਏ ਹੋਣ, ਠੀਕ ਹੈ ਜੀ। ਉਹ ਵੀਡੀਓਜ਼ ਨੂੰ ਦੇਖ ਲਿਓ। ਇਸ ਵੀਡੀਓ ਦੇ ਵਿੱਚ ਆਪਾਂ ਕੀ ਕਰਨਾ, ਕਰੰਟ ਅਫੇਅਰਸ ਨਵੇਂ ਕਰਨੇ ਨੇ, ਪਲੱਸ ਕੀ ਕਰਾਂਗੇ ਪੁਰਾਣੀਆਂ ਵੀਡੀਓਜ਼ ਨਾਲ ਰਿਲੇਟਡ ਜੇ ਕੋਈ ਨਿਊਜ਼ ਆਈ ਉਸ ਕੰਟਰੀ ਦੀ ਜਾਂ ਉਸ ਅਵਾਰਡ ਵਗੈਰਾ ਦੀ ਕੋਈ ਵੀ ਚੀਜ਼ ਨਾਲ ਰਿਲੇਟਡ ਤਾਂ ਉਹਨੂੰ ਆਪਾਂ ਰਿਵਾਈਜ਼ ਕਰਾਂਗੇ। ਤੀਜੀ ਚੀਜ਼ ਆਪਾਂ ਕੀ ਕਰਾਂਗੇ, ਸਟੈਟਿਕ ਜੀਕੇ ਦਾ ਪਾਰਟ ਵੀ ਆਪਾਂ ਇਹਦੇ ਵਿੱਚ ਕਵਰ ਕਰਨਾ, ਠੀਕ ਹੈ। ਇਸ ਤੋਂ ਇਲਾਵਾ ਮੈਂ ਇੱਕ ਚੀਜ਼ ਨਵੀਂ ਸ਼ੁਰੂ ਕੀਤੀ ਸੀਗੀ ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਕਿ ਤੁਹਾਨੂੰ ਮੈਂ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਜਿਸ ਆਰਗੇਨਾਈਜੇਸ਼ਨਸ ਦੇ ਹੈੱਡਕੁਆਟਰ ਨੇ ਨਾ ਉਹ ਤੁਹਾਨੂੰ 4 ਪਿਛਲੇ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਲਿਖ ਕੇ ਦਿੱਤੀਆਂ ਸੀ, ਹੈ ਨਾ। ਤਾਂ ਅਗਲੀਆਂ 4 ਆਪਾਂ ਅੱਜ ਕਰਾਂਗੇ। ਅੱਜ ਵਾਲੀ ਲਾਸਟ ਸਲਾਈਡ ਦੇ ਉੱਤੇ ਤੁਹਾਨੂੰ ਮਿਲ ਜਾਣਗੀਆਂ, ਠੀਕ ਹੈ। ਇਸ ਤਰੀਕੇ ਨਾਲ ਦੇਖੋ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਤੁਹਾਨੂੰ ਆਉਂਦੀਆਂ ਰਹਿੰਦੀਆਂ ਕਰੰਟ ਅਫੇਅਰਸ ਦੇ ਵਿੱਚ, ਹੈ ਨਾ। ਜੇ ਇਕੱਠੀਆਂ ਤੁਹਾਨੂੰ ਮਿਲ ਜਾਣਗੀਆਂ ਤਾਂ ਉਹਦੇ ਨਾਲ ਤੁਹਾਨੂੰ ਯਾਦ ਕਰਨਾ ਸੌਖਾ ਰਹਿ ਜਾਊਗਾ, ਕਿਉਂਕਿ ਤੁਸੀਂ ਇਕੱਠੀਆਂ ਯਾਦ ਕਰ ਸਕਦੇ ਹੋ ਵੀ ਹੈੱਡਕੁਆਟਰ ਇੱਕ ਸੇਮ ਜਗ੍ਹਾ ਦੇ ਉੱਤੇ ਕਿਹੜੀ ਆਰਗੇਨਾਈਜੇਸ਼ਨਸ ਦਾ। ਤਾਂ ਇਸੇ ਤਰੀਕੇ ਨਾਲ ਮੈਂ ਲੈ ਕੇ ਆਉਂਦੀ ਤਾਂ ਕਿ ਤੁਹਾਡੀ ਐਫੀਸ਼ੀਐਂਸੀ ਹੈ ਜਿਹੜੀ ਕਰੰਟ ਅਫੇਅਰਸ ਦੇ ਵਿੱਚ ਹੋਰ ਵੀ ਇਨਕਰੀਜ਼ ਹੋ ਜੇ। ਚਲੋ ਜੀ, ਟਾਈਮ ਖਰਾਬ ਨਾ ਕਰਦੇ ਆਪਾਂ ਕਰੰਟ ਅਫੇਅਰਸ ਨੂੰ ਸ਼ੁਰੂ ਕਰਦੇ ਹਾਂ ਪਹਿਲੀ ਨਿਊਜ਼ ਦੇ ਨਾਲ। ਸਭ ਤੋਂ ਪਹਿਲੀ ਨਿਊਜ਼ ਹੈ ਜਿਹੜੀ ਇੰਪੋਰਟੈਂਟ ਹੈ, ਇੰਦਰਾ ਨੇਵੀ ਮੈਰੀਟਾਈਮ ਐਕਸਰਸਾਈਜ਼ ਹੈ ਜਿਹੜੀ ਇਹ ਕਿਹਦੇ ਵਿਚਾਲੇ ਹੈਲਡ ਹੋ ਰਹੀ ਹੈ, ਇੰਡੀਆ ਅਤੇ ਰਸ਼ੀਆ ਦੇ ਵਿਚਾਲੇ। ਅੱਛਾ, ਐਕਸਰਸਾਈਜ਼ਸ ਕੀ ਹੁੰਦੀਆਂ ਨੇ, ਦੇਖੋ 2 ਤੋਂ ਵੱਧ, ਪਹਿਲਾਂ ਮੈਂ ਐਕਸਰਸਾਈਜ਼ ਦਾ ਮੀਨਿੰਗ ਹੀ ਕਲੀਅਰ ਕਰਦੇ ਹਾਂ, ਫਿਰ ਹੀ ਆਪਾਂ ਨਿਊਜ਼ ਡਿਸਕਸ ਕਰਾਂਗੇ। 2 ਕੰਟਰੀਜ਼ ਦੀ ਐਕਸਰਸਾਈਜ਼ ਹੋ ਸਕਦੀ ਹੈ, ਕਿਸੇ ਵੀ 2 ਕੰਟਰੀਜ਼ ਦੀ ਐਕਸਰਸਾਈਜ਼ ਹੋ ਸਕਦੀ ਹੈ, ਜਾਂ ਸਿਰਫ ਇੰਡੀਆ ਦੀ ਵੀ, ਜਿਵੇਂ ਮੰਨ ਲਓ ਇੰਡੀਆ ਅਤੇ ਰਸ਼ੀਆ ਦੀ ਹੈ, ਠੀਕ ਹੈ। ਤਾਂ ਇਹਦੇ ਵਿੱਚ ਜੋ ਨੇਵੀ ਦੀ ਹੈ ਤਾਂ ਇਹਦੇ ਵਿੱਚ ਕੀ ਆ, ਦੇਖੋ ਪਿਕਚਰਸ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਸ਼ਿਪ ਵਗੈਰਾ ਇੱਦਾਂ ਤਰੀਕੇ ਨਾਲ ਕਿ ਆਪਣੇ ਚੈੱਕ ਕਰਕੇ ਦੇਖਦੇ ਨੇ, ਮੰਨ ਲਓ ਕੱਲ੍ਹ ਨੂੰ ਵਾਰ ਵਗੈਰਾ ਲੱਗ ਜੇ ਕਿ ਵਰਕ ਕਰ ਸਕਣਗੇ ਕਿ ਨਹੀਂ। ਆਰਮੀ ਦੀ ਜਿਹੜੀ ਐਕਸਰਸਾਈਜ਼ ਹੁੰਦੀ ਹੈ, ਆਰਮੀ ਦੇ ਵਿੱਚ ਹਥਿਆਰ ਵਗੈਰਾ ਹੁੰਦੇ ਨੇ, ਅਤੇ ਜੇ ਏਅਰ ਫੋਰਸ ਦੀ ਹੋਵੇ ਤਾਂ ਜਿੱਦਾਂ ਫਾਈਟਰ ਜੈਟਸ ਵਗੈਰਾ ਹੁੰਦੇ ਨੇ, ਉਹ ਕਿਸੇ ਕੰਟਰੀ ਦੇ ਨਾਲ ਟੈਸਟ ਕਰਕੇ ਦੇਖਦੇ ਨੇ ਕਿ ਜੇ ਕੱਲ੍ਹ ਨੂੰ ਵਾਰ ਵਗੈਰਾ ਲੱਗਦੀ ਹੈ ਤਾਂ ਆਪਣੇ ਜਿਹੜੇ ਹਥਿਆਰ ਨੇ ਕੰਮ ਆ ਸਕਦੇ ਨੇ ਕਿ ਨਹੀਂ। ਇਹਦੇ ਨਾਲ ਕੀ ਹੁੰਦਾ, ਜਿਵੇਂ ਮੰਨ ਲਓ 2 ਕੰਟਰੀਜ਼ ਨੇ, ਠੀਕ ਹੈ, ਇਹ ਦੋਨੋਂ ਯੁੱਧ ਅਭਿਆਸ ਕਰ ਰਹੇ ਆ, ਕੋਈ ਮਤਲਬ ਆਪਣਾ ਐਕਸਰਸਾਈਜ਼ ਵਗੈਰਾ ਕਰ ਰਹੇ ਨੇ, ਇੱਕ ਦੂਜੇ ਨੂੰ ਆਪਣੀ ਤਕਨੀਕ ਵਗੈਰਾ ਸ਼ੇਅਰ ਕਰ ਲੈਂਦੇ ਨੇ, ਠੀਕ ਹੈ। ਅਤੇ ਇਹਦੇ ਨਾਲ ਕੀ ਇਹਨਾਂ ਦੀ ਜਿਹੜੀ ਬੈਰੀਅਰਸ ਵਗੈਰਾ ਹੁੰਦੇ ਨੇ ਆਪਸ ਦੇ ਵਿੱਚ ਮਨਮੁਟਾਵ ਲਾਈਕ ਉਹ ਖਤਮ ਹੋ ਜਾਂਦੇ ਨੇ ਅਤੇ ਫਰੈਂਡਲੀ ਐਕਸਰਸਾਈਜ਼ ਵਗੈਰਾ ਕਰਦੇ ਨੇ, ਠੀਕ ਹੈ। ਚਲੋ, ਇਹ ਐਕਸਰਸਾਈਜ਼ ਕਿਹੜੀ ਹੈ, ਇੰਦਰਾ ਨੇਵੀ ਮੈਰੀਟਾਈਮ ਐਕਸਰਸਾਈਜ਼ ਕਿਹਦੀ ਹੈ, ਇੰਡੀਆ ਅਤੇ ਰਸ਼ੀਆ ਦੀ। ਅੱਛਾ ਦੇਖੋ, ਇਹਨੂੰ ਯਾਦ ਰੱਖਣਾ ਬਹੁਤ ਸੌਖਾ ਹੈ। ਇੰਦਰਾ ਨੂੰ ਕਿਵੇਂ ਯਾਦ ਰੱਖ ਸਕਦੇ, IND ਤੋਂ ਕੀ ਬਣ ਗਿਆ, ਇੰਡੀਆ, ਠੀਕ ਹੈ। RA ਤੋਂ ਕੀ ਬਣ ਜੂਗਾ, ਰਸ਼ੀਆ, ਠੀਕ ਹੈ। ਇਹਨੂੰ ਤੁਸੀਂ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹੋ। ਕਈ ਸਾਰੀਆਂ ਐਕਸਰਸਾਈਜ਼ ਐਵੇਂ ਹੁੰਦੀਆਂ ਨੇ ਕਿ ਉਹ ਜਿਹੜੀ ਕੰਟਰੀਜ਼ ਦੇ ਮੂਹਰਲੇ ਅੱਖਰ ਹੁੰਦੇ ਨੇ ਉਹਨਾਂ ਨੂੰ ਚੱਕ ਕੇ ਬਣੀਆਂ ਹੁੰਦੀਆਂ ਨੇ, ਠੀਕ ਹੈ। ਇਸ ਤੋਂ ਇਲਾਵਾ ਇਸ ਨਿਊਜ਼ ਤੋਂ ਤੁਸੀਂ ਹੋਰ ਕੀ ਯਾਦ ਰੱਖਣਾ ਹੈਗਾ ਕਿ ਇਹ ਹੋਈ ਕਿੱਥੇ, ਬੇ ਆਫ ਬੰਗਾਲ ਦੇ ਵਿੱਚ ਹੋਈ ਹੈ, ਠੀਕ ਹੈ। ਅਤੇ 2 ਡੇਜ਼ ਦੀ ਜਿਹੜੀ ਇਹ ਐਕਸਰਸਾਈਜ਼ ਸੀ ਕਦੋਂ ਤੋਂ ਲੈ ਕੇ ਕਦੋਂ ਤੱਕ ਹੋਊਗੀ, 4 ਤੋਂ ਲੈ ਕੇ 5 ਸੈਪਟੰਬਰ ਤੱਕ, ਕਲੀਅਰ ਹੈ। ਐਡੀਸ਼ਨ ਕਿੰਨਵਾਂ ਸੀਗਾ ਇਹਦਾ, ਐਡੀਸ਼ਨ ਕਿੰਨਵਾਂ ਸੀਗਾ, 11ਵਾਂ, ਕਲੀਅਰ ਹੈ। ਇਹ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਇਹ ਤੋਂ ਤੁਸੀਂ ਯਾਦ ਰੱਖਣੀ ਹੈ। ਅੱਛਾ, ਹੁਣ ਇਹਦੇ ਵਿੱਚ ਨਿਊਜ਼ ਦੇ ਵਿੱਚ ਰਸ਼ੀਆ ਤੋਂ ਆਪਾਂ ਪ੍ਰੀਵੀਅਸ ਡੇਜ਼ ਦੇ ਵਿੱਚ ਇੰਪੋਰਟੈਂਟ ਜਿਹੜੀ ਵੀ ਨਿਊਜ਼ ਆਈ ਹੋਊਗੀ ਉਹਨੂੰ ਡਿਸਕਸ ਕਰ ਲੈਂਦੇ ਹਾਂ। ਰਸ਼ੀਆ ਤੋਂ ਇੱਕ ਆਈ ਸੀ ਜੀ ਕਾਵਕਾਸ 2020 ਹੈ ਜਿਹੜੀ ਐਕਸਰਸਾਈਜ਼ ਸੀ ਰਸ਼ੀਆ ਦੇ ਵਿੱਚ ਹੋ ਰਹੀ ਸੀ। ਇੰਡੀਆ ਨੇ ਇੱਥੇ ਜਾਣ ਤੋਂ ਮਨਾ ਕਰਤਾ, ਕਿਉਂ, ਕੋਵਿਡ-19 ਕਰਕੇ। ਇਹਨੂੰ ਤੁਸੀਂ ਯਾਦ ਰੱਖਣਾ, ਬਿਲਕੁਲ ਵੀ ਨਹੀਂ ਭੁੱਲਣਾ। ਇਸ ਤੋਂ ਇਲਾਵਾ ਰਸ਼ੀਆ ਇੱਕ ਵਾਰ ਹੋਰ ਨਿਊਜ਼ ਦੇ ਵਿੱਚ ਆਇਆ ਸੀਗਾ, ਜਦੋਂ ਇਹ ਤੋਂ ਨਿਊਜ਼ ਆਈ ਸੀ ਰਸ਼ੀਆ ਤੋਂ, ਰਾਜਨਾਥ ਸਿੰਘ ਆਪਣੇ ਡਿਫੈਂਸ ਮਿਨਿਸਟਰ ਵਿਜ਼ਿਟ ਕੀਤੇ ਸੀ ਮੋਸਕੋ ਦੇ ਵਿੱਚ, ਕਿਸ ਚੀਜ਼ ਦੇ ਲਈ, SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਨੂੰ ਜਿਹੜੀ ਇਹਦੀ ਮੀਟਿੰਗ ਸੀਗੀ ਉਹਨੂੰ ਵਿਜ਼ਿਟ ਕਰਨ ਦੇ ਲਈ, ਉਸ ਮੀਟਿੰਗ ਨੂੰ ਅਟੈਂਡ ਕਰਨ ਦੇ ਲਈ ਜਿਹੜੇ ਇਹ ਪਹੁੰਚੇ ਸੀਗੇ। ਆਈ ਹੋਪ ਤੁਹਾਨੂੰ ਯਾਦ ਆ ਗਿਆ ਹੋਊਗਾ। ਇਸ ਤੋਂ ਇਲਾਵਾ ਬ੍ਰਿਕਸ ਵਾਲੀ ਵੀ ਇੱਕ ਨਿਊਜ਼ ਆਈ ਸੀਗੀ ਰਸ਼ੀਆ ਤੋਂ, ਉਹ ਵੀ ਤਰੀਕੇ ਨਾਲ ਤੁਸੀਂ ਯਾਦ ਕਰਨੀ ਹੈ। ਉਦੋਂ ਮੈਂ ਤੁਹਾਨੂੰ ਉਸ ਨਿਊਜ਼ ਤੋਂ ਤੁਹਾਨੂੰ ਬ੍ਰਿਕਸ ਬਾਰੇ ਵੀ ਕਾਫੀ ਕੁਝ ਦੱਸਿਆ ਸੀਗਾ। ਰਸ਼ੀਆ ਨੇ ਚੇਅਰ ਕੀਤਾ ਸੀ ਕਿ ਬ੍ਰਿਕਸ ਇਨਵਾਇਰਮੈਂਟ ਮਿਨਿਸਟਰ ਮੀਟਿੰਗ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ। ਇਹਦਾ 6ਵਾਂ ਐਡੀਸ਼ਨ ਸੀਗਾ, ਠੀਕ ਹੈ। 2021 ਦੇ ਵਿੱਚ ਜਿਹੜੀ ਮੀਟਿੰਗ ਹੈ ਇੰਡੀਆ ਉਹਨੂੰ ਚੇਅਰ ਕਰੂਗਾ, ਇਹ ਵੀ ਯਾਦ ਰੱਖ ਲਿਓ। ਇਸ ਤੋਂ ਇਲਾਵਾ ਬ੍ਰਿਕਸ ਨੂੰ ਵੀ ਜੇ ਰਿਵਾਈਜ਼ ਕਰਨਾ ਤਾਂ ਕਰ ਲਓ। ਚਲੋ, ਬ੍ਰਿਕਸ ਹੈ ਜਿਹੜਾ 2006 ਦੇ ਵਿੱਚ ਬਣਿਆ ਸੀ, ਉਦੋਂ 4 ਦੇਸ਼ ਸੀ, ਮਤਲਬ ਐਸ ਹੈ ਨਹੀਂ ਸੀ, 4 ਹੀ ਸੀਗੇ, ਬ੍ਰਾਜ਼ੀਲ, ਰਸ਼ੀਆ, ਇੰਡੀਆ ਅਤੇ ਚਾਈਨਾ। ਉਸ ਤੋਂ ਬਾਅਦ ਜਿਹੜਾ ਸਾਊਥ ਅਫਰੀਕਾ ਐਂਡ 'ਤੇ ਐਸ ਲੱਗੀ ਹੈ ਜਿਹੜੀ ਸਾਊਥ ਅਫਰੀਕਾ ਦੀ, ਉਹ 2010 ਦੇ ਵਿੱਚ ਐਡ ਹੋਇਆ, ਠੀਕ ਹੈ। ਇਹਨੂੰ ਤੁਸੀਂ ਯਾਦ ਰੱਖ ਲਿਓ। ਅੱਛਾ, ਬ੍ਰਿਕਸ ਦੀ ਜੇ ਪਹਿਲੀ ਮੀਟਿੰਗ ਦੀ ਮੈਂ ਗੱਲ ਕਰਾਂ ਤਾਂ ਪਹਿਲੀ ਜਿਹੜੀ ਇਹਦੀ ਮੀਟਿੰਗ ਸੀਗੀ ਉਹ ਕਦੋਂ ਹੋਈ ਸੀ, 2009 ਦੇ ਵਿੱਚ ਹੋਈ ਸੀ, ਠੀਕ ਹੈ। ਅਤੇ ਉਹਨੂੰ ਚੇਅਰ ਕਿਹਨੇ ਕੀਤਾ ਸੀਗਾ, ਉਹਨੂੰ ਵੀ ਚੇਅਰ ਸੀ ਜਿਹੜਾ ਰਸ਼ੀਆ ਨੇ ਕੀਤਾ ਸੀ। ਇਸ ਤੋਂ ਇਲਾਵਾ ਇੱਕ ਵਾਰ ਹੋਰ ਰਸ਼ੀਆ ਨਿਊਜ਼ 'ਚ ਆਇਆ ਸੀਗਾ, ਇੰਟਰਨੈਸ਼ਨਲ ਮਿਲਟਰੀ ਐਂਡ ਟੈਕਨੀਕਲ ਫੋਰਮ 2020,
2020 ਇਹਨੂੰ ਹੋਰ ਕੀ ਕਹਿੰਦੇ ਨੇ, ਆਰਮੀ 2020 ਦਾ ਦੂਜਾ ਨਾਮ ਵੀ ਪੁੱਛਿਆ ਜਾ ਸਕਦਾ, ਠੀਕ ਹੈ। ਇਹ ਵੀ ਰਸ਼ੀਆ ਦੇ ਵਿੱਚ ਹੀ ਹੈਲਡ ਹੋਈ ਸੀ, ਇਹਦਾ ਵੀ ਐਡੀਸ਼ਨ 6ਵਾਂ ਸੀਗਾ, ਮਾਸਕੋ ਦੇ ਵਿੱਚ ਹੈਲਡ ਹੋਈ ਸੀ, ਹਥਿਆਰਾਂ ਦੀ ਐਗਜ਼ੀਬਿਸ਼ਨ ਸੀਗੀ ਇਹ ਬੇਸਿਕਲੀ, ਠੀਕ ਹੈ। ਇੰਨੀ ਕੁ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਰਸ਼ੀਆ ਤੋਂ ਯਾਦ ਰੱਖਣੀ ਹੈ। ਅੱਛਾ ਜੀ, ਹੁਣ ਦੇਖੋ ਐਕਸਾਈਜ਼ ਆਈਆਂ ਨੇ, ਤਾਂ ਕਾਫੀ ਸਾਰੀਆਂ ਐਕਸਾਈਜ਼ ਇਹੋ ਜਿਹੀਆਂ ਹੀ ਨੇ ਜਿਹੜੀਆਂ ਕੰਟਰੀਜ਼ ਦੇ ਮੂਰਲੇ ਨੇਮਸ ਤੋਂ ਚੱਕ ਕੇ ਹੀ ਬਣੀਆਂ ਹੁੰਦੀਆਂ ਨੇ। ਮੈਂ ਤੁਹਾਨੂੰ ਜਿਹੜਾ ਸਟੈਟਿਕ ਪਾਰਟ ਐਂਡ 'ਤੇ ਸਟਾਰਟ ਕੀਤਾ ਕਰਨਾ ਉਹਦੇ ਵਿੱਚ ਵੀ ਕਰਵਾਉਂਗੀ, ਬਟ ਇੱਕ ਵਾਰ ਇੱਥੇ ਵੀ ਦੱਸ ਰਹੀ ਹਾਂ, ਤੁਸੀਂ ਨੋਟ ਕਰ ਲਿਓ। ਹਾਂਜੀ, ਇਹ ਖਾਲੀ ਸਲਾਈਡ ਮੈਂ ਲਿਖਣ ਲਈ ਰੱਖੀ ਸੀ ਕਿ ਤੁਹਾਨੂੰ ਕੋਈ ਜਮਾਂ ਪ੍ਰੋਬਲਮ ਨਾ ਆਵੇ। ਚਲੋ ਧਿਆਨ ਨਾਲ ਨੋਟ ਕਰੀ ਜਾਈਓ, ਐਕਸਾਈਜ਼ਜ਼ ਹੀ ਨੇ ਇਹ। ਸੂਰਯ ਕਿਰਨ ਨਾਮ ਦੀ ਜਿਹੜੀ ਐਕਸਾਈਜ਼ ਹੈ ਕਿਹਦੇ ਵਿਚਾਲੇ ਹੁੰਦੀ ਹੈ? ਇੰਡੀਆ ਤਾਂ ਦੇਖੋ ਸਾਰਿਆਂ 'ਚ ਹੀ ਹੋਊਗਾ, ਠੀਕ ਹੈ। ਮੈਂ ਕਿਹਦੇ ਨਾਲ ਹੁੰਦੀ ਹੈ ਅੱਗੇ ਤੋਂ ਇਹ ਦੱਸੂੰਗੀ। ਨੇਪਾਲ ਨਾਲ ਹੁੰਦੀ ਹੈ। ਇੰਡੀਆ ਅਤੇ ਨੇਪਾਲ ਦੇ ਵਿੱਚ ਕੀ ਹੁੰਦੀ ਹੈ? ਸੂਰਯ ਕਿਰਨ ਨਾਮ ਦੀ ਐਕਸਾਈਜ਼ ਹੁੰਦੀ ਹੈ, ਠੀਕ ਹੈ। ਅੱਛਾ, ਹੁਣ ਤੁਸੀਂ ਇਹਨੂੰ ਯਾਦ ਕਿਵੇਂ ਰੱਖੋਗੇ ਵੀ ਇਹ ਨੇਪਾਲ ਨਾਲ ਹੁੰਦੀ ਹੈ? ਮੈਂ ਤੁਹਾਨੂੰ ਮੈਥਡ ਵੀ ਦੱਸ ਦਿੰਦੀ ਯਾਦ ਕਰਨ ਦਾ। ਆਪਣਾ ਐਵੇਂ ਦਾ ਕੁਛ ਮੈਪ ਹੈ, ਦੇਖੋ ਮੇਰੀ ਮੈਪਿੰਗ ਥੋੜ੍ਹੀ ਅਜੀਬ ਹੈ, ਬਟ ਤੁਹਾਨੂੰ ਯਾਦ ਰਹਿ ਜਾਊਗਾ। ਇੱਥੇ ਜੇ ਨੇਪਾਲ ਹੈ ਨਾ, ਨੇਪਾਲ ਇੱਥੇ ਜੇ ਹੈ ਨਾ, ਜੇ ਮੈਂ ਐਵੇਂ ਦਾ ਮੈਪ ਬਣਾਵਾਂ, ਇੱਥੇ ਜੇ ਨੇਪਾਲ ਹੈ, ਤੁਸੀਂ ਐਵੇਂ ਇਮੈਜਿਨ ਕਰ ਸਕਦੇ ਹੋ ਕਿ ਜਦੋਂ ਸੂਰਜ ਦੀ ਕਿਰਨ ਆਉਂਦੀ ਹੈ, ਸੂਰਯ ਕਿਰਨ ਹੈ ਨਾ ਨਾਮ ਇਹਦਾ, ਸੂਰਜ ਦੀ ਕਿਰਨ ਆਉਂਦੀ ਹੈ ਤਾਂ ਉਹ ਨੇਪਾਲ ਤੋਂ ਹੋ ਕੇ ਇੰਡੀਆ 'ਚ ਆਉਂਦੀ ਹੈ। ਇਮੈਜਿਨ ਹੀ ਕਰਨਾ, ਕੁਛ ਵੀ ਕਰੀ ਚੱਲੋ, ਤਾਂ ਹੁਣ ਤੁਹਾਨੂੰ ਯਾਦ ਰਹਿ ਜਾਊਗਾ ਸੂਰਯ ਕਿਰਨ ਕਿਹਦੀ ਹੈ? ਨੇਪਾਲ ਅਤੇ ਇੰਡੀਆ ਦੀ ਹੈ। ਇਸ ਤੋਂ ਇਲਾਵਾ ਦੂਜੀ ਐਕਸਾਈਜ਼ ਹੈ ਪ੍ਰਬਲ ਦੋਸਤਕ ਨਾਮ ਦੀ ਜਿਹੜੀ ਐਕਸਾਈਜ਼ ਹੈਗੀ, ਇਹ ਇੰਡੀਆ ਅਤੇ ਕਜ਼ਾਕਿਸਤਾਨ ਦੀ ਹੁੰਦੀ ਹੈ। ਕਜ਼ਾਕਿਸਤਾਨ, ਠੀਕ ਹੈ, ਇੰਡੀਆ ਅਤੇ ਕਜ਼ਾਕਿਸਤਾਨ, ਇਹਨੂੰ ਨੋਟ ਕਰ ਲਿਓ, ਕਲੀਅਰ ਹੈ। ਇਸ ਤੋਂ ਇਲਾਵਾ ਇੰਦਰਾ ਤਾਂ ਤੁਹਾਨੂੰ ਦੱਸ ਦਿੱਤਾ, ਇੰਡੀਆ ਅਤੇ ਰਸ਼ੀਆ ਦੀ ਲਿਖਾਉਣ ਦਾ ਕੋਈ ਫਾਇਦਾ ਹੀ ਨਹੀਂ। ਇੱਕ ਹੋਰ ਦੇਖੋ, ਇਹ ਐਕਸਾਈਜ਼ ਦਾ ਮੈਂ ਜੇ ਨਾਮ ਨਾ ਵੀ ਲਵਾਂ, ਤੁਹਾਨੂੰ ਨਾ ਦੱਸਾਂ ਕਿਹਦੇ ਵਿਚਾਲੇ ਹੁੰਦੀ, ਤੁਸੀਂ ਗੈਸ ਨਾਲ ਵੀ ਲਾ ਸਕਦੇ ਹੋ। ਦੇਖੋ AUS ਤੋਂ ਆਪਾਂ ਆਸਟ੍ਰੇਲੀਆ ਬਣਾ ਸਕਦੇ ਹਾਂ ਨਾ, ਆਸਟ੍ਰੇਲੀਆ, ਅਤੇ IN ਤੋਂ ਆਪਾਂ IND ਤੋਂ ਕੀ ਬਣ ਜੂਗਾ? ਇੰਡੀਆ। ਆਸਟ੍ਰੇਲੀਆ ਅਤੇ ਇੰਡੀਆ ਦੀ ਐਕਸਾਈਜ਼, ਠੀਕ ਹੈ, ਇਹ ਆਸਟ੍ਰੇਲੀਆ ਅਤੇ ਇੰਡੀਆ ਦੇ ਵਿਚਾਲੇ ਹੁੰਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਸਲੀ ਤੋਂ ਕੀ ਬਣ ਜੂਗਾ? ਸ਼੍ਰੀਲੰਕਾ, ਸੌਰੀ SL ਤੋਂ, ਸਲੀਨੈਕਸ ਹੈ ਨਾ, SL ਤੋਂ ਬਣ ਜੂਗਾ ਸ਼੍ਰੀਲੰਕਾ, IN ਤੋਂ ਬਣ ਜੂਗਾ ਇੰਡੀਆ, EX ਤੋਂ ਬਣ ਜੂਗਾ ਐਕਸਾਈਜ਼। ਮਤਲਬ ਕਿ ਇਹ ਸ਼੍ਰੀਲੰਕਾ ਅਤੇ ਇੰਡੀਆ ਦੇ ਵਿੱਚ ਹੋਣ ਵਾਲੀ ਐਕਸਾਈਜ਼ ਜਿਹਦਾ ਨਾਮ ਕੀ ਹੈਗਾ? ਸਲੀਨੈਕਸ ਹੈ, ਕਲੀਅਰ ਹੈ। ਇਹਨੂੰ ਵੀ ਤੁਸੀਂ ਯਾਦ ਰੱਖ ਲਿਓ। ਇਸ ਤੋਂ ਇਲਾਵਾ ਐਕਸਮਪ੍ਰੀਤੀ ਨਾਮ ਦੀ ਜਿਹੜੀ ਐਕਸਾਈਜ਼ ਹੈਗੀ, ਇੰਡੀਆ ਅਤੇ ਬਾਂਗਲਾਦੇਸ਼ ਦੇ ਵਿੱਚ ਹੁੰਦੀ ਹੈ, ਇਹਨੂੰ ਕਿਵੇਂ ਯਾਦ ਰੱਖ ਸਕਦੇ ਹੋ ਤੁਸੀਂ ਵੀ ਜਿਹੜਾ ਆਪਣਾ ਬਾਂਗਲਾਦੇਸ਼ ਹੈ, ਆਪਣਾ ਪਹਿਲਾਂ ਵਾਲਾ ਪਾਰਟ ਰਿਹਾ ਹੋਇਆ ਨਾ, ਤਾਂ ਐਕਸ ਆਪਾਂ ਜਿਵੇਂ ਕਹਿ ਦਿੰਦੇ ਨਾ ਵੀ ਪਿਛਲਾ ਐਕਸ ਪੁਰਾਣਾ ਹੈ ਨਾ, ਤਾਂ ਬੰਗਲਾਦੇਸ਼ ਆਪਣਾ ਕਦੇ ਨਾ ਕਦੇ ਪਾਰਟ ਰਿਹਾ ਹੋਇਆ, ਤਾਂ ਇੰਡੀਆ ਅਤੇ ਬਾਂਗਲਾਦੇਸ਼ ਦੀ ਐਕਸਾਈਜ਼ ਹੈਗੀ ਸੰਪ੍ਰੀਤੀ। ਇਹਨੂੰ ਤੁਸੀਂ ਇੱਥੋਂ ਈਜ਼ੀਲੀ ਲਿੰਕ ਕਰਕੇ ਯਾਦ ਕਰ ਸਕਦੇ ਹੋ। ਇਸ ਤੋਂ ਇਲਾਵਾ ਅਜੇ ਵੈਰੀਅਰ ਨਾਮ ਦੀ ਜਿਹੜੀ ਐਕਸਾਈਜ਼ ਹੈ, ਉਹ ਇੰਡੀਆ ਅਤੇ ਹੋਰ ਕਿਹਦੇ ਵਿਚਾਲੇ ਹੁੰਦੀ ਹੈ? UK, ਠੀਕ ਹੈ, ਇਹਨੂੰ ਯਾਦ ਰੱਖ ਲਿਓ। ਲਾਸਟ ਹੈ ਬਲੂ ਫਲੈਗ। ਦੇਖੋ ਐਕਸਾਈਜ਼ ਬਹੁਤ ਸਾਰੀਆਂ ਨੇ, ਐਵੇਂ ਨਹੀਂ ਕਿ ਇੰਨੀਆਂ ਕੀ ਨੇ, ਪਹਿਲਾਂ ਇਹ ਕਰ ਲਓ ਫਿਰ ਹੋਰ ਵੀ ਕਰਾਂਗੇ, ਠੀਕ ਹੈ। ਇੰਡੀਆ ਅਤੇ ਇਜ਼ਰਾਈਲ, ਜਿਹੜੇ ਸਟੈਟਿਕ GK ਦਾ ਦੇਖੋ ਪਾਰਟ ਤੁਹਾਡੇ ਕਰੰਟ ਅਫੇਅਰਸ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਰਹਿੰਦਾ, ਉਹ ਮੈਂ ਤੁਹਾਡਾ ਕਵਰ ਕਰਾ ਦੂੰਗੀ, ਕੋਈ ਇਸ਼ੂ ਨਹੀਂ ਹੈਗਾ, ਠੀਕ ਹੈ। ਬਸ ਮੇਕ ਸ਼ੋਰ ਕਿ ਤੁਸੀਂ ਵੀਡੀਓਜ਼ ਨਾਲ ਜੁੜੇ ਰਹੀਓ, ਦੇਖਦੇ ਰਹੀਓ, ਠੀਕ ਹੈ। ਦੇਖੋ ਐਕਸਾਈਜ਼ ਤੋਂ ਮੈਂ ਤੁਹਾਨੂੰ ਸਾਰੇ ਪੁਆਇੰਟ ਹੈ ਜਿਹੜੇ ਯਾਦ ਨੇ ਕਰਾਤੇ, ਠੀਕ ਹੈ। ਇਹ ਸਾਰੀਆਂ ਐਕਸਾਈਜ਼ਜ਼ ਯਾਦ ਰੱਖਣੀਆਂ ਨੇ। ਹੁਣ ਤੁਸੀਂ ਜਦੋਂ ਵੀ ਅੱਗੇ ਕੋਈ ਐਕਸਾਈਜ਼ ਆਈ ਨਾ, ਮੈਂ ਤੁਹਾਨੂੰ ਸਾਰੀਆਂ ਰਿਵਾਈਜ਼ ਕਰਾ ਦਿਆ ਕਰੂੰਗੀ। ਹਾਂਜੀ, ਨੈਕਸਟ ਜਿਹੜਾ ਆਪਣਾ ਹੈਗਾ ਨਿਊਜ਼, ਉਹ ਹੈਗੀ ਆਪਣੀ ਇੰਪੋਰਟੈਂਟ ਬੁੱਕਸ ਤੋਂ। ਲੈਟ ਅਸ ਡਰੀਮ ਨਾਮ ਦੀ ਜਿਹੜੀ ਬੁੱਕ ਹੈ, ਪੌਪ ਫ੍ਰਾਂਸਿਸ ਦੀ ਹੈ। ਕਿਹਨੇ ਲਿਖੀ ਹੈ ਇਹ? ਪੌਪ ਫ੍ਰਾਂਸਿਸ ਦੀ। ਬਟ ਇਹ ਲਾਂਚ ਕਦੋਂ ਹੋਊਗੀ? ਦਸੰਬਰ 2020 ਤੱਕ। ਦੇਖੋ ਲੈਟ ਅਸ ਡਰੀਮ ਇੱਥੇ ਲਿਖਿਆ ਹੋਇਆ ਨਾ, ਪੌਪ ਫ੍ਰਾਂਸਿਸ, ਠੀਕ ਹੈ, ਨਾਮ ਯਾਦ ਰੱਖ ਲਿਓ। ਇਹ ਪਿਕਚਰਸ ਮੈਂ ਤਾਂ ਐਡ ਕਰਤੀ, ਕਈ ਵਾਰ ਪਿਕਚਰ ਮਾਈਂਡ 'ਚ ਰਹਿੰਦੀ ਤਾਂ ਯਾਦ ਈਜ਼ੀਲੀ ਹੋ ਜਾਂਦਾ। ਦਸੰਬਰ 2020 ਤੱਕ ਹੈ ਜਿਹੜੀ ਇਹ ਲਾਂਚ ਹੋਊਗੀ। ਅੱਛਾ, ਹੁਣ ਬੁੱਕਸ ਆਈਆਂ ਨੇਗੀਆਂ, ਤਾਂ ਮੈਂ ਤੁਹਾਨੂੰ ਸਾਰੀਆਂ ਦੀਆਂ ਸਾਰੀਆਂ ਬੁੱਕਸ ਹੀ ਰਿਵਾਈਜ਼ ਕਰਾ ਦਿੰਦੀ, ਜਿਹੜੀਆਂ ਵੀ ਆਪਾਂ ਪ੍ਰੀਵੀਅਸ ਲੈਕਚਰਸ ਦੇ ਵਿੱਚ ਕੀਤੀਆਂ, ਤਾਂ ਕਿ ਤੁਹਾਨੂੰ ਕੋਈ ਵੀ ਦਿੱਕਤ ਨਾ ਆਵੇ। ਦੇਖੋ ਤੁਹਾਨੂੰ ਕਰਵਾਈਆਂ ਹੋਈਆਂ ਨੇ, ਇਸ ਲਈ ਮੈਂ ਥੋੜ੍ਹਾ ਜਿਹਾ ਸ਼ਾਰਟਸ ਦੱਸੂੰਗੀ, ਉਹਨਾਂ ਡਿਟੇਲ 'ਚ ਤਾਂ ਨਹੀਂ ਹੋਊਗਾ, ਪਰ ਕਿਉਂਕਿ ਇਹ ਰਿਵੀਜ਼ਨ ਹੈ ਤਾਂ ਤੁਹਾਨੂੰ ਕੰਮ ਜ਼ਰੂਰ ਆ ਜਾਊਗਾ। ਸਭ ਤੋਂ ਪਹਿਲਾਂ ਆਪਾਂ ਪਹਿਲੇ ਤੋਂ ਹੀ ਲੱਗਾਂਗੇ ਜਿੱਥੋਂ ਮੈਂ ਤੁਹਾਨੂੰ ਪੜ੍ਹਾਉਣਾ ਸਟਾਰਟ ਕੀਤਾ, ਕਿਉਂਕਿ ਕਰੰਟ ਅਫੇਅਰ ਹੈ ਤਾਂ ਬਹੁਤ ਪੁਰਾਣਾ ਹੈ ਨਹੀਂਗਾ, ਆਪਣਾ 1 ਮਹੀਨੇ ਪਿਛਲਾ ਹੀ ਹੈਗਾ। ਤਾਂ ਹਾਂਜੀ, ਵਿਜੇ ਕੁਮਾਰ ਚੌਧਰੀ ਦੀ ਜਿਹੜੀ ਬੁੱਕ ਸੀ ਕਿਹੜੀ ਹੈ? ਮੈਂਬਰਸ਼ਿਪ ਇਨ ਪੋਲੀਟਿਕਸ, ਠੀਕ ਹੈ, ਯਾਦ ਰਹਿ ਜਾਊਗਾ ਤੁਹਾਨੂੰ। ਨਿਤੀਸ਼ ਕੁਮਾਰ ਨੇ ਇਹਨੂੰ ਲਾਂਚ ਕੀਤਾ ਸੀਗਾ। ਉਸ ਤੋਂ ਬਾਅਦ ਨਿਰੂਪਮਾ ਯਾਦਵ, ਇਹਦੀ ਜਿਹੜੀ ਬੁੱਕ ਹੈਗੀ ਉਹ ਕਿਹੜੀ ਸੀਗੀ? ਸਪੈਸ਼ਲ ਕੋਡ ਟੂ ਵਿਨ, ਠੀਕ ਹੈ। ਉਸ ਤੋਂ ਬਾਅਦ ਸਵੱਛ ਭਾਰਤ ਰੈਵੋਲਿਊਸ਼ਨ, ਇਹ ਜਿਹੜੀ ਬੁੱਕ ਸੀ ਪਰਮੇਸ਼ਵਰਨ ਅਈਅਰ ਦੀ ਸੀ, ਬਟ ਇਹਦਾ ਹਿੰਦੀ ਟਰਾਂਸਲੇਸ਼ਨ ਲਾਂਚ ਹੋਇਆ ਸੀ ਸਵੱਛ ਭਾਰਤ ਕ੍ਰਾਂਤੀ, ਜਿਹੜੀ ਕਿ ਗਜੇਂਦਰ ਸਿੰਘ ਸ਼ੇਖਾਵਤ ਅਤੇ ਸਮ੍ਰਿਤੀ ਇਰਾਨੀ ਨੇ ਕੀ ਕੀਤੀ ਸੀਗੀ? ਲਾਂਚ।
ਯਤੀਸ਼ ਯਾਦਵ, ਇਹਦੀ ਕਿਹੜੀ ਬੁੱਕ ਸੀ? ਦੇਖੋ ਤੁਸੀਂ ਖੁਦ ਰਿਵਾਈਜ਼ ਕਰੋ ਮਾਈਂਡ ਦੇ ਵਿੱਚ, ਤੁਹਾਨੂੰ ਤਾਂ ਯਾਦ ਰਹੂਗਾ, ਠੀਕ ਹੈ। ਰॉ ਅ ਹਿਸਟਰੀ ਆਫ ਇੰਡੀਆਜ਼ ਕੋਵਰਟ ਆਪਰੇਸ਼ਨਸ, ਨੀਨਾ ਰॉय ਦੀ ਕਿਹੜੀ ਬੁੱਕ ਸੀ? ਅਮੇਜ਼ਿੰਗ ਅਯੋਧਿਆ, ਠੀਕ ਹੈ। ਪ੍ਰਕਾਸ਼ ਜਾਵੇੜਕਰ ਤੋਂ ਤੁਹਾਨੂੰ ਟ੍ਰਿਪਲ ਸੀ ਮੈਂ ਯਾਦ ਰੱਖਣ ਨੂੰ ਕਿਹਾ ਸੀ, ਕਨੈਕਟਿੰਗ, ਕਮਿਊਨੀਕੇਟਿੰਗ ਤੇ ਚੇਂਜਿੰਗ। ਐਮ ਵੈਂਕਈਆ ਨਾਇਡੂ ਦੀ ਜਿਹੜੀ ਲਾਈਫ ਸੀ ਉਹਦੇ 'ਤੇ ਇਹ ਬੇਸਡ ਸੀਗੀ। ਆਨੰਦ ਵਾਸੂ ਤੇ ਜਤੀਸ਼ ਪਰਨਪਜੇ, ਇਹਨਾਂ ਦੋਨਾਂ ਦੀ ਬੁੱਕ ਸੀ ਕ੍ਰਿਕਟ ਦਰੋਣਾ, ਠੀਕ ਹੈ। ਇਹ ਵਾਸੂਦੇਵਾ ਜਗਨਨਾਥ ਪਰਮਪਜੇ ਦੀ ਲਾਈਫ 'ਤੇ ਬੇਸ ਸੀ, ਠੀਕ ਹੈ। ਉਹ ਇਹ ਹੈ ਜਿਹੜੇ ਉਹਨਾਂ ਦੇ ਡੈਡ ਸੀਗੇ, ਠੀਕ ਹੈ, ਇਹ ਯਾਦ ਰੱਖ ਲਿਓ। ਐਮ ਐਮ ਨਰਵਾਣੇ ਇਹਨਾਂ ਦੇ ਡੈਡ ਸੀਗੇ ਉਹ, ਠੀਕ ਹੈ। ਐਮ ਐਮ ਨਰਵਾਣੇ ਸੀਗੇ ਜਿਹੜੇ, ਇਹ ਕੌਣ ਸੀਗੇ? ਆਰਮੀ ਦੇ ਚੀਫ, ਆਪਾਂ ਨੂੰ ਪਤਾ ਹੀ ਆਰਮੀ ਦੇ ਚੀਫ ਹੈ, ਤੁਹਾਨੂੰ ਮੈਂ ਕਾਫੀ ਵਾਰੀ ਕਰਿਆ। ਇਹਨਾਂ ਦੀ ਬੁੱਕ ਦਾ ਨਾਮ ਕੀ ਹੈ ਜੀ? ਨੈਸ਼ਨਲ ਸਿਕਿਉਰਿਟੀ ਚੈਲੰਜਸ। ਉਸ ਤੋਂ ਬਾਅਦ ਯੰਗ ਸਕਾਲਰ ਪਰਸਪੈਕਟਿਵ, ਠੀਕ ਹੈ, ਯੰਗ ਸਕਾਲਰ ਪਰਸਪੈਕਟਿਵ ਨਾਮ ਯਾਦ ਰੱਖ ਲਿਓ। ਦੈਨ ਦੇਖੋ ਆਪਾਂ ਕੀਤੀ ਸੀ ਕਰਨ ਜੋਹਰ ਦੀ ਬੁੱਕ, ਕਰਨ ਜੋਹਰ ਦੀ ਬੁੱਕ ਦਾ ਨਾਮ ਕੀ ਸੀਗਾ? ਦੀ ਬਿਗ, ਇਹ ਮੈਂ ਲਿਖ ਦਿੰਦੀ ਕਿਉਂਕਿ ਪਿਛਲੇ ਲੈਕਚਰ 'ਚ ਹੀ ਕਰਾਈ ਸੀ ਤੁਹਾਨੂੰ ਮੈਂ। ਦੀ ਬਿਗ ਥਾਟਸ ਆਫ ਲਿਟਲ ਲਵ, ਠੀਕ ਹੈ, ਇਹਨੂੰ ਯਾਦ ਰੱਖਣਾ ਹੈ। ਅੱਛਾ, ਕਰਨ ਜੋਹਰ ਦੀ ਮੈਂ ਤੁਹਾਨੂੰ ਆਟੋਬਾਇਓਗ੍ਰਾਫੀ ਵੀ ਉਹਦੇ ਵਿੱਚ ਦੱਸੀ ਸੀਗੀ, ਹੈ ਨਾ। ਐਨ ਅਨਸੂਟੇਬਲ ਬॉय, ਇਹ ਸੀ ਕਰਨ ਜੋਹਰ ਦੀ ਕੀ ਸੀਗੀ? ਇਹ ਆਟੋਬਾਇਓਗ੍ਰਾਫੀ। ਇਸ ਤੋਂ ਇਲਾਵਾ ਦੇਖੋ ਜਦੋਂ ਆਪਾਂ ਪ੍ਰਣਬ ਮੁਖਰਜੀ ਬਾਰੇ ਕੀਤਾ ਸੀਗਾ, ਮੈਂ ਤੁਹਾਨੂੰ ਉਹਨਾਂ ਦੀ ਸਾਰੀਆਂ ਬੁੱਕਸ ਬਾਰੇ ਦੱਸਿਆ ਸੀਗਾ, ਤਾਂ ਇੱਕ ਵਾਰੀ ਉਹ ਵੀ ਰਿਵਾਈਜ਼ ਕਰ ਲੈਂਦੇ ਕਿਉਂਕਿ ਉਹ ਥੋੜੀ ਰਿਵਾਈਜ਼ ਸਿਰਫ ਇੱਕ ਵਾਰ ਹੀ ਹੋਈਆਂ ਨੇ ਜੀ। ਪ੍ਰਣਬ ਮੁਖਰਜੀ ਦੀ ਕਿਹੜੀ ਬੁੱਕਸ ਮੈਂ ਤੁਹਾਨੂੰ ਕਰਾਈਆਂ ਸੀ? ਪਹਿਲੀਆਂ 2 ਬੁੱਕਸ ਦੇ ਵਿੱਚ ਪਿੱਛੇ ਈਅਰ ਪੈਂਦਾ ਸੀ, ਯਾਦ ਹੈ। ਤੀਜੀ ਬੁੱਕ ਦੇ ਵਿੱਚ ਈਅਰ ਹੀ ਆ ਗਏ ਸੀ, ਮੈਂ ਜਿਸ ਤਰੀਕੇ ਨਾਲ ਤੁਹਾਨੂੰ ਯਾਦ ਕਰਿਆ ਸੀ। ਤਾਂ ਪਹਿਲੀ ਬੁੱਕ ਸੀਗੀ ਦੀ ਕੋਲੀਸ਼ਨ ਈਅਰਸ, ਠੀਕ ਹੈ। ਜਿਸ ਮੈਥਡ ਨਾਲ ਦੱਸ ਰਹੀ ਹਾਂ ਉਵੇਂ ਯਾਦ ਕਰੋ, ਵਧੀਆ ਯਾਦ ਹੋਊਗਾ। ਦੂਜੀ ਸੀ, ਇਹ ਦੇਖੋ ਇਹਦੇ ਵਿੱਚ ਈਅਰਸ ਆ ਗਿਆ ਨਾ, ਦੀ ਡਰਾਮੈਟਿਕ ਡਿਕੇਡ ਇੰਦਰਾ ਗਾਂਧੀ ਈਅਰਸ, ਇਹਦੇ ਪਿੱਛੇ ਵੀ ਈਅਰਸ ਆ ਗਿਆ। ਆ 2 ਦੇ ਵਿੱਚ ਈਅਰ ਸੀ, ਤੀਜੀ ਬੁੱਕ ਦੇ ਵਿੱਚ ਈਅਰ ਆ ਗਏ ਸੀਗੇ। ਕਿਵੇਂ ਦੱਸਦੀ ਹਾਂ? ਦੀ ਟਰਬੂਲੈਂਟ ਈਅਰਸ, ਕਿਹੜੇ ਤੋਂ ਕਿਹੜੇ ਈਅਰ ਤੱਕ? 1980 ਤੋਂ ਲੈ ਕੇ 1996 ਤੱਕ, ਇਹਦੇ ਵਿੱਚ ਈਅਰ ਹੀ ਆ ਗਏ। 2 ਬੁੱਕਸ ਹੋਰ ਸੀ, ਉਹ ਮੈਂ ਤੁਹਾਨੂੰ ਵੈਸੇ ਕਿਹਾ ਸੀ, ਯਾਦ ਰੱਖ ਲਿਓ। ਬਿਯੋਂਡ ਸਰਵਾਈਵਲ ਸੇ ਥਾਟਸ ਐਂਡ ਰਿਫਲੈਕਸ਼ਨਸ, ਠੀਕ ਹੈ। ਇਹ ਸਾਰੀਆਂ ਬੁੱਕਸ ਨੇ ਜਿਹੜੀਆਂ ਪ੍ਰਣਬ ਮੁਖਰਜੀ ਦੀਆਂ, ਜਿਹੜੇ ਆਪਣੇ 13th ਨੰਬਰ ਦੇ ਪ੍ਰੈਜ਼ੀਡੈਂਟ ਸੀ, ਜਿਨ੍ਹਾਂ ਦੀ ਰੀਸੈਂਟਲੀ ਕੀ ਹੈ ਡੈਥ ਹੋ ਚੁੱਕੀ ਹੈ, ਠੀਕ ਹੈ। ਦੇਖੋ ਇਸ ਤਰੀਕੇ ਨਾਲ ਇਹਨੂੰ ਕਵਰ ਕਰਨਾ ਤਾਂ ਕਿ ਤੁਹਾਨੂੰ ਬੈਟਰ ਵੇ ਨਾਲ ਸਾਰਾ ਕੁਝ ਯਾਦ ਰਹੇ। ਚਲੋ ਜੀ, ਨੈਕਸਟ ਨਿਊਜ਼ ਉੱਤੇ ਚੱਲਦੇ ਹਾਂ। ਅਗਲੀ ਨਿਊਜ਼ ਆਪਣੀ ਅਪੁਆਇੰਟਮੈਂਟ ਤੋਂ ਹੈ। ਇਹ ਤਿੰਨੋਂ ਅਪੁਆਇੰਟਮੈਂਟਸ ਨੇ ਅਤੇ ਤਿੰਨੋਂ ਤੁਸੀਂ ਯਾਦ ਰੱਖਣੀਆਂ ਨੇ। ਸਭ ਤੋਂ ਪਹਿਲੀ ਜਿਹੜੀ ਅਪੁਆਇੰਟਮੈਂਟ ਹੈ, ਹਾਂਜੀ, ਉਹ ਆਪਣੀ ਕਿਹੜੀ ਹੈ? ਐਸ ਸ਼੍ਰੀ ਕ੍ਰਿਸ਼ਨਨ ਨੇ MD ਤੇ CEO ਲਾਏ ਨੇ ਕਿਹਦੇ? ਪੰਜਾਬ ਐਂਡ ਸਿੰਧ ਬੈਂਕ ਦੇ ਕੀ ਲਾਏ ਨੇ? MD ਤੇ CEO, ਇਹਨੂੰ ਯਾਦ ਰੱਖ ਲਿਓ। ਅੱਛਾ, ਪੰਜਾਬ ਐਂਡ ਸਿੰਧ ਬੈਂਕ ਦੀ ਜੇ ਮੈਂ ਗੱਲ ਕਰਾਂ, ਬੇਸਿਕ ਇਨਫੋਰਮੇਸ਼ਨ ਇਹਦੇ ਤੋਂ 1908 ਦੇ ਵਿੱਚ ਇਹ ਫਾਰਮ ਹੋਇਆ ਸੀ, ਯਾਦ ਰੱਖ ਲਿਓ। ਨਿਊ ਦਿੱਲੀ ਦੇ ਵਿੱਚ ਕੀ ਹੈ ਇਹਦਾ ਹੈੱਡਕੁਆਟਰ ਹੈ, ਠੀਕ ਹੈ। ਇਹ ਇੱਕ ਤਰੀਕੇ ਦਾ ਆਪਣਾ ਗਵਰਨਮੈਂਟ ਬੈਂਕ ਹੈ ਇਹ, ਠੀਕ ਹੈ। ਇਹ ਵੀ ਯਾਦ ਰੱਖਣਾ ਤੁਸੀਂ, ਸਰਕਾਰੀ ਬੈਂਕ ਹੈ, ਬਟ ਕੀ ਸਭ ਤੋਂ ਛੋਟਾ ਸਰਕਾਰੀ ਬੈਂਕ ਹੈ। ਐਟ ਪ੍ਰੈਜ਼ੈਂਟ ਆਪਣੇ ਕਿੰਨੇ ਟੋਟਲ 12 ਸਰਕਾਰੀ ਬੈਂਕ ਨੇ, ਸਭ ਤੋਂ ਛੋਟਾ ਇਹੀ ਹੈ। ਕਲੀਅਰ ਹੈ? ਇੰਨੀ ਕੀ ਇਨਫੋਰਮੇਸ਼ਨ ਇਹ ਤੋਂ ਤੁਸੀਂ ਯਾਦ ਰੱਖਣੀ ਹੈ। ਦੈਨ ਆਪਾਂ ਨੂੰ ਨੈਕਸਟ ਆ ਗਿਆ ਮੁਰਲੀ ਰਾਮ ਕ੍ਰਿਸ਼ਨਨ। ਇਹ ਕੌਣ ਨੇ? MD ਤੇ CEO ਲਾਏ ਨੇ ਸਾਊਥ ਇੰਡੀਅਨ ਬੈਂਕ ਦੇ। ਆ ਇਹਨਾਂ ਦੀ ਪਿਕਚਰ ਹੈ, ਤੁਸੀਂ ਦੇਖ ਸਕਦੇ ਹੋ। ਸਾਊਥ ਇੰਡੀਅਨ ਬੈਂਕ ਦੇ ਕੀ ਲਾਏ ਨੇ ਇਹ? MD ਤੇ CEO। ਸੌਰੀ, ਇਹਨਾਂ ਤੋਂ ਤੁਸੀਂ ਕੀ ਯਾਦ ਰੱਖਣਾ? ਇਹ 3 ਸਾਲਾਂ ਦੇ ਲਈ ਲਾਏ ਨੇ। ਸਭ ਤੋਂ ਪਹਿਲਾਂ ਯਾਦ ਰੱਖ ਲਿਓ 1 ਅਕਤੂਬਰ ਤੋਂ ਜਿਹੜਾ ਇਹਨਾਂ ਦਾ 1 ਅਕਤੂਬਰ ਤੋਂ ਜਿਹੜਾ ਇਹਨਾਂ ਦਾ ਟਾਈਮ ਪੀਰੀਅਡ ਆ ਉਹ ਸਟਾਰਟ ਹੋਊਗਾ। ਇਸ ਤੋਂ ਤੁਸੀਂ ਯਾਦ ਰੱਖ ਲਿਓ ਕਿ ਜਿਹੜਾ ਸਾਊਥ ਇੰਡੀਅਨ ਬੈਂਕ ਹੈ ਨਾ, ਇਹਦਾ ਹੈੱਡਕੁਆਟਰ ਦੇਖੋ। ਸਭ ਤੋਂ ਪਹਿਲਾਂ ਗੈਸ ਲਾਓ ਕਿ ਜੇ ਸਾਊਥ ਹੈ ਦੇ ਮੂਹਰੇ ਤਾਂ ਇਟ ਮੀਨਸ ਸਾਊਥ ਵੱਲ ਹੋਊਗੀ ਕੋਈ ਸਟੇਟ ਜਿੱਥੇ ਦਾ ਹੈੱਡਕੁਆਟਰ ਹੋਊਗਾ, ਹੈ ਨਾ। ਤਾਂ ਥੋੜ੍ਹਾ ਜਿਹਾ ਤਰੀਕੇ ਨਾਲ ਕੇਰਲਾ। ਮੰਨ ਲਓ ਮੈਂ ਤੁਹਾਨੂੰ ਆਪਸ਼ਨ ਦੇ ਦਾਂ ਕਿ ਸਾਊਥ ਇੰਡੀਅਨ ਬੈਂਕ ਦਾ ਹੈੱਡਕੁਆਟਰ ਕਿੱਥੇ ਹੈ। ਉੱਪਰ ਵਾਲੀਆਂ ਤਾਂ ਮੈਂ ਤੁਹਾਨੂੰ ਨਾਰਥ ਜਾਂ ਵੈਸਟ ਵਾਲੀਆਂ ਸਟੇਟਸ ਦੇ ਦਾਂ, ਹੈ ਨਾ, ਜਾਂ ਈਸਟ ਵਾਲੀਆਂ, ਅਤੇ ਇੱਕ ਅੱਧੀ ਤੁਹਾਨੂੰ ਸਾਊਥ ਵਾਲੀ ਦੇ ਦਾਂ, ਤਾਂ ਤੁਸੀਂ ਗੈਸ ਨਾਲ ਵੀ ਲਾ ਸਕਦੇ ਹੋ ਕਿ ਜੇ ਸਾਊਥ ਹੈ ਬੈਂਕ ਦੇ ਮੂਹਰੇ ਪੈਂਦਾ ਤਾਂ ਉਹਦਾ ਜਿਹੜਾ ਹੈੱਡਕੁਆਟਰ ਉਹ ਵੀ ਸਾਊਥ ਦੇ ਵਿੱਚ ਹੀ ਹੋਣ ਦੇ ਚਾਂਸਸ ਨੇ, ਠੀਕ ਹੈ। ਇਸ ਤਰੀਕੇ ਨਾਲ, ਹਾਂਜੀ। ਨੈਕਸਟ ਆ ਗਿਆ ਆਪਣਾ ਰਾਜ ਸ਼੍ਰੀਵਾਸਤਵ। ਇਹ ਕੌਣ ਨੇ ਜੀ? ਇੰਡੀਆ ਦੇ ਅੰਬੈਸਡਰ ਨੇ ਰਿਪਬਲਿਕ ਆਫ ਕ੍ਰੋਏਸ਼ੀਆ ਨੂੰ ਲਾਏ ਨੇ, ਠੀਕ ਹੈ। ਇੰਡੀਅਨ ਅੰਬੈਸਡਰ ਰਿਪਬਲਿਕ ਆਫ ਕ੍ਰੋਏਸ਼ੀਆ ਨੂੰ ਲਾਏ ਨੇ, ਠੀਕ ਹੈ। ਇਹਨਾਂ ਦਾ ਨਾਮ ਯਾਦ ਰੱਖਣਾ। ਦੇਖੋ ਆਪਣੇ ਜਿਹੜੇ ਅੰਬੈਸਡਰਸ ਨੇ ਹਰੇਕ ਕੰਟਰੀ ਦੇ ਹੁੰਦੇ ਨੇ, ਤਾਂ ਮਤਲਬ ਇਹ ਤੁਸੀਂ ਯਾਦ ਰੱਖਣੇ ਹੁੰਦੇ ਨੇ। ਇਹਨਾਂ ਦਾ ਕੰਮ ਵਗੈਰਾ ਕੀ ਹੁੰਦਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਦੇਖੋ ਮੰਨ ਲਓ ਆਪਣਾ ਆਹ ਇੰਡੀਆ ਹੈ, ਆ ਆਪਣੀਆਂ ਦੂਜੀਆਂ ਕੰਟਰੀਜ਼ ਨੇ, ਕੋਈ ਵੀ ਕੰਟਰੀਜ਼ ਹੈ,
ਹਰੇਕ ਕੰਟਰੀ ਨੂੰ ਕੋਈ ਨਾ ਕੋਈ ਅੰਬੈਸਡਰ ਲਾਇਆ ਹੁੰਦਾ ਹੈਗਾ, ਠੀਕ ਹੈ। ਜਿਵੇਂ ਕੀ ਹੁੰਦਾ ਸੀਗਾ ਪਹਿਲਾਂ, ਜਿਵੇਂ ਰਾਜੇ ਹੁੰਦੇ ਸੀ ਨਾ, ਰਾਜੇ ਨੇ ਮੰਨ ਲਓ ਦੂਜੇ ਰਾਜੇ ਕੋਲ ਜਾ ਕੇ ਕੋਈ ਗੱਲ ਕਰਨੀ ਹੈ, ਇਹ ਤੱਕ ਕੋਈ ਸੰਦੇਸ਼ ਪਹੁੰਚਾਉਣਾ ਹੈ ਜਾਂ ਕੋਈ ਐਗਰੀਮੈਂਟ ਵਗੈਰਾ ਕਰਨਾ ਹੈ ਨਾ, ਤਾਂ ਐਵੇਂ ਤਾਂ ਨਹੀਂ ਕਿ ਰਾਜਾ ਖੁਦ ਜਾਊਗਾ ਉਹਦੇ ਕੋਲੇ, ਨਹੀਂ, ਕੋਈ ਨਾ ਕੋਈ ਰਾਜਦੂਤ ਭੇਜਦਾ ਸੀ, ਉਹ ਆਪਣਾ ਪੈਗਾਮ ਉਹਦੇ ਤੱਕ ਲੈ ਕੇ ਜਾਂਦਾ ਅਤੇ ਉਹ ਫੀਡਬੈਕ ਉਹਦੇ ਤੱਕ ਦੁਬਾਰਾ ਤੋਂ ਪਹੁੰਚਦੀ। ਬਸ ਇਸੇ ਤਰੀਕੇ ਦਾ ਕੰਮ ਰਾਜਦੂਤ ਦਾ ਹੁੰਦਾ, ਹਰੇਕ ਕੰਟਰੀ ਨੂੰ ਲਾਏ ਹੁੰਦੇ ਨੇ। ਕੋਈ ਵੀ ਸੰਧੀਆਂ ਵਗੈਰਾ ਕਰਨੀਆਂ ਤਾਂ ਇਹਨਾਂ ਦੇ ਥਰੂ ਵਗੈਰਾ ਹੋ ਜਾਂਦੀਆਂ, ਠੀਕ ਹੈ ਜੀ। ਕਿਸੇ ਵੀ ਚੀਜ਼ 'ਤੇ ਡਿਸਕਸ਼ਨ ਵਗੈਰਾ ਹੁੰਦੇ, ਇੰਪੋਰਟੈਂਟ ਮੈਟਰਸ ਵਗੈਰਾ ਹਰੇਕ ਕੰਟਰੀ ਦੇ ਹੁੰਦੇ ਨੇ, ਹਰੇਕ ਕੰਟਰੀ ਨਾਲ ਇੰਡੀਆ ਦੇ, ਤਾਂ ਇਹ ਇਹਨਾਂ ਦੇ ਥਰੂ ਹੀ ਹੁੰਦਾ ਸਾਰਾ ਕੁਝ, ਠੀਕ ਹੈ। ਅੱਛਾ, ਕੁਰੇਸ਼ੀਆ ਦੀ ਜੇ ਮੈਂ ਗੱਲ ਕਰਾਂ, ਕੈਪੀਟਲ ਹੈ ਜਿਹੜੀ ਇਹਦੀ, ਕੈਪੀਟਲ ਦਾ ਯਾਦ ਰੱਖਿਓ ਜ਼ੈਗਰੇਬ, ਧਿਆਨ ਨਾਲ ਸਪੈਲਿੰਗ ਨੋਟ ਕਰ ਲਿਓ, ਜ਼ੈਗਰੇਬ, ਠੀਕ ਹੈ। ਅੱਛਾ, ਕੁਰੇਸ਼ੀਆ ਦੀ ਜਿਹੜੀ ਕਰੰਸੀ ਹੈ ਉਹ ਯਾਦ ਰੱਖਿਓ CUNA, ਠੀਕ ਹੈ, ਇਹ ਨਾਮ ਯਾਦ ਰੱਖ ਲਿਓ। ਅੱਛਾ ਜੀ, ਪ੍ਰੈਜ਼ੀਡੈਂਟ ਦਾ ਨਾਮ ਮੈਂ ਲਿਖ ਦਿੰਦੀ ਹਾਂ, ਥੋੜ੍ਹਾ ਜਿਹਾ ਟਿਪੀਕਲ ਜਿਹਾ ਨੇਮ ਹੈ ਇਹਨਾਂ ਦਾ, ਜ਼ੋਰਨ ਮਿਲਾਨੋਵਿਕ, ਠੀਕ ਹੈ। ਮਿਲਨ ਤੋਂ ਯਾਦ ਰੱਖ ਲਿਓ ਜਾਂ ਜ਼ੋਰਮ ਤੋਂ ਵੀ, ਜ਼ੋਰਾ ਤੋਂ ਯਾਦ ਰਹਿ ਜਾਊਗਾ, ਕੋਈ ਇਸ਼ੂ ਨਹੀਂ ਹੈਗਾ। ਤਾਂ ਇਹ ਤਿੰਨੋਂ ਚੀਜ਼ਾਂ ਤੁਸੀਂ ਇਹ ਤੋਂ ਯਾਦ ਰੱਖਣੀਆਂ ਨੇ। ਅੱਛਾ, ਕਰੋਸ਼ੀਆ ਤੋਂ ਇੱਕ ਚੀਜ਼ ਹੋਰ ਤੁਸੀਂ ਲਿੰਕ ਕਰ ਸਕਦੇ ਹੋ, ਉਹ ਕੀ ਹੈ? ਕੁਰੇਸ਼ੀਆ ਤੋਂ ਹੋਰ ਕੀ ਲਿੰਕ ਕਰ ਸਕਦੇ ਹੋ? 2018 ਦਾ ਜਿਹੜਾ ਫੀਫਾ ਵਰਲਡ ਕੱਪ ਹੋਇਆ ਸੀਗਾ, ਉਹਦੇ ਵਿੱਚ ਵਿਨਰ ਕੌਣ ਰਿਹਾ? ਸਭ ਤੋਂ ਪਹਿਲਾਂ ਤਾਂ ਐਂ ਦੇਖੋ ਵੀ ਉਹ ਹੈਲਡ ਕਿੱਥੇ ਹੋਇਆ ਸੀਗਾ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਰਸ਼ੀਆ, ਮਾਸਕੋ ਦੇ ਵਿੱਚ ਕੀ ਉਹ ਉੱਥੇ ਹੈਲਡ ਹੋਇਆ ਸੀਗਾ। ਦੂਜੇ ਨੰਬਰ 'ਤੇ ਉੱਥੇ ਵਿਨ ਕੌਣ ਕੀਤਾ ਸੀਗਾ? ਫਰਾਂਸ ਦੀ ਜਿਹੜੀ ਟੀਮ ਹੈ ਉਹ ਜਿੱਤੀ ਸੀਗੀ। ਅੱਛਾ, ਰਨਰ ਅਪ ਕੌਣ ਰਿਹਾ ਸੀਗਾ? ਉਹ ਕੁਰੇਸ਼ੀਆ ਸੀ ਜੀ, ਠੀਕ ਹੈ। 2018 ਦਾ ਫੀਫਾ ਵਰਲਡ ਕੱਪ ਹੋਇਆ ਤਾਂ ਕਿੱਥੇ ਸੀ? ਮਾਸਕੋ 'ਚ। ਜਿੱਤਿਆ ਕਿਹਨੇ ਸੀ? ਫਰਾਂਸ ਨੇ। ਰਨਰ ਅਪ ਟੀਮ ਕਿਹੜੀ ਸੀਗੀ? ਕੁਰੇਸ਼ੀਆ। ਇੱਥੋਂ ਤੁਸੀਂ ਇਹਨੂੰ ਹੋਰ ਯਾਦ ਰੱਖ ਸਕਦੇ ਹੋ। ਕਲੀਅਰ ਹੈ ਜੀ। ਨੈਕਸਟ ਨਿਊਜ਼ 'ਤੇ ਚੱਲਦੇ ਆਪਾਂ। ਨੈਕਸਟ ਹੈਗੀ ਆਪਣੀ ਸਪੋਰਟਸ ਤੋਂ ਨਿਊਜ਼, PIN, ਇਹਨਾਂ ਦਾ ਨਾਮ ਨੋਟ ਕਰ ਲਿਓ ਤੁਸੀਂ, ਸਪੈਲਿੰਗ ਮੈਂ ਲਿਖਤੇ। ਇਹਨਾਂ ਨੇ ਜਿੱਤਿਆ ਵਰਲਡ ਓਪਨ ਔਨਲਾਈਨ ਚੈਸ ਟੂਰਨਾਮੈਂਟ 2020 ਦਾ ਔਨਲਾਈਨ ਚੈਸ ਟੂਰਨਾਮੈਂਟ ਹੈ ਜਿਹੜਾ, ਉਹ ਇਹਨਾਂ ਨੇ ਵਿਨ ਕੀਤਾ। ਇਹਨਾਂ ਦਾ ਨਾਮ ਤੁਸੀਂ ਯਾਦ ਰੱਖਣਾ PIN, ਠੀਕ ਹੈ। ਇਹ ਤੁਸੀਂ ਕਲੀਅਰ ਕੱਟ ਇਹਨਾਂ ਦਾ ਨਾਮ ਯਾਦ ਰੱਖਣਾ। ਹਾਂਜੀ, ਔਨਲਾਈਨ ਚੈਸ ਤੋਂ ਜੇ ਆਪਾਂ ਕੁਛ ਰਿਵਾਈਜ਼ ਕਰ ਸਕਦੇ ਹਾਂ ਤਾਂ ਉਹ ਕੀ ਹੈਗਾ? ਇੰਡੀਆ ਅਤੇ ਰਸ਼ੀਆ, ਤੁਹਾਨੂੰ ਯਾਦ ਹੋਊਗਾ, ਇਹਦੇ 'ਤੇ ਹੀ ਚੱਲਦੇ ਹਾਂ, ਤੁਹਾਨੂੰ ਲਿਖਿਆ ਸਮਝ ਆ ਜਾਊਗਾ ਸਮਾਰ ਕੇ। ਇੰਡੀਆ ਅਤੇ ਰਸ਼ੀਆ ਦੀ ਜੇ ਮੈਂ ਗੱਲ ਕਰਾਂ, ਇਹਨਾਂ ਨੂੰ ਵਿਨਰ ਡਿਕਲੇਅਰ ਕੀਤਾ ਸੀਗਾ, ਇੰਡੀਆ ਅਤੇ ਰਸ਼ੀਆ ਨੂੰ। ਕਿਹਦੇ ਵਿੱਚ ਡਿਕਲੇਅਰ ਕੀਤਾ ਸੀਗਾ? FIDE ਔਨਲਾਈਨ ਚੈਸ ਓਲੰਪਾਈਡ ਫਾਈਨਲ ਮੈਚ। ਇਹਦੇ ਫਾਈਨਲ ਮੈਚ ਦੇ ਵਿੱਚ ਇੰਡੀਆ ਅਤੇ ਰਸ਼ੀਆ ਨੂੰ ਜਿਹੜਾ ਵਿਨਰ ਡਿਕਲੇਅਰ ਕੀਤਾ ਸੀਗਾ। ਸਭ ਤੋਂ ਪਹਿਲਾਂ ਤਾਂ ਰਸ਼ੀਆ ਨੂੰ ਡਿਕਲੇਅਰ ਕਰਤਾ, ਉਸ ਨੈੱਟ ਪ੍ਰੋਬਲਮ ਕਰਕੇ ਨਾ ਫਾਈਨਲ ਮੈਚ ਹੋ ਨਹੀਂ ਪਾਇਆ ਸੀ, ਤਾਂ ਰਸ਼ੀਆ ਨੂੰ ਡਿਕਲੇਅਰ ਕਰਤਾ ਵਿਨਰ, ਠੀਕ ਹੈ। ਬਟ ਇੰਡੀਆ ਨੇ ਰੌਲਾ ਪਾਤਾ ਕਿ ਤੁਸੀਂ ਇਸ ਤਰੀਕੇ ਨਾਲ ਕਿਵੇਂ ਇਹਨੂੰ ਵਿਨਰ ਹੈ ਜਿਹੜਾ ਡਿਕਲੇਅਰ ਕਰ ਸਕਦੇ ਹੋ, ਜਦੋਂ ਫਾਈਨਲ ਮੈਚ ਹੋਇਆ ਹੀ ਨਹੀਂ। ਤਾਂ ਉਹਨਾਂ ਨੇ ਫਾਈਨਲੀ ਦੋਨਾਂ ਨੂੰ ਹੀ ਜਿਹੜਾ ਵਿਨਰ ਡਿਕਲੇਅਰ ਕਰਤਾ, ਠੀਕ ਹੈ। ਤਾਂ ਤੁਸੀਂ ਇਸ ਤੋਂ ਇਹ ਪੁਆਇੰਟ ਹੈ ਜਿਹੜਾ ਲਿੰਕ ਕਰ ਸਕਦੇ ਹੋ। ਕਲੀਅਰ ਹੈ ਜੀ। ਹਾਂਜੀ, ਨੈਕਸਟ 'ਤੇ ਚੱਲਦੇ ਆਪਾਂ। ਇੰਪੋਰਟੈਂਟ ਕਾਨਫਰੰਸ। ਅੱਛਾ ਦੇਖੋ, ਇੰਪੋਰਟੈਂਟ ਕਾਨਫਰੰਸ ਕੀ ਹੈ? ਅਰਜੁਨ ਮੁੰਡਾ ਇਨੈਗੋਰੇਟਡ, ਆਪਣੇ ਟਰਾਈਬਲ ਅਫੇਅਰ ਦੇ ਯੂਨੀਅਨ ਮਿਨਿਸਟਰ ਨੇ ਇਹਨਾਂ ਨੇ ਇਨੈਗੋਰੇਟ ਕੀਤਾ। ਇਨੈਗੋਰੇਟ ਦਾ ਮਤਲਬ ਨਾ ਉਦਘਾਟਨ ਕਰਨਾ, ਸ਼ੁਰੂਆਤ ਕਰਨਾ ਕਿਸੇ ਚੀਜ਼ ਦੀ। ਕਿਸ ਚੀਜ਼ ਦਾ? ਤੁਸੀਂ ਦੇਖ ਸਕਦੇ ਹੋ ਪਿਕਚਰ, ਨੈਸ਼ਨਲ ਟਰਾਈਬਲ ਰਿਸਰਚ ਕਾਨਫਰੰਸ। ਕਿਹਨੂੰ? ਨੈਸ਼ਨਲ ਟਰਾਈਬਲ ਰਿਸਰਚ ਕਾਨਫਰੰਸ। ਵੈਸੇ ਤਾਂ ਗੱਲ ਹੈ ਕਿ ਜੇ ਟਰਾਈਬਸ ਦੀ ਗੱਲ ਹੋ ਰਹੀ ਹੈ ਤਾਂ ਉਹਨਾਂ ਦੇ ਮਿਨਿਸਟਰ ਨੇ ਜਿਹੜੇ, ਉਹੀ ਇਨੈਗੋਰੇਟ ਕਰਨਗੇ, ਠੀਕ ਹੈ। ਬਸ ਤੁਸੀਂ ਯਾਦ ਵੀ ਰੱਖ ਲਿਓ ਕਿ ਇਹਨਾਂ ਦਾ ਨਾਮ ਹੈ ਅਰਜੁਨ ਮੁੰਡਾ। ਅੱਛਾ, ਕੀ ਹੈਗਾ? ਜਿਹੜੇ ਟਰਾਈਬ ਕਬੀਲੇ ਹੁੰਦੇ ਨੇ ਨਾ, ਕਬੀਲਿਆਂ ਦੇ ਲਈ ਜਿਹੜੇ ਵੀ ਪ੍ਰੋਜੈਕਟ ਵਗੈਰਾ ਲਾਂਚ ਕੀਤੇ ਹੋਏ ਸੀ ਆਲਰੇਡੀ, ਉਹਨਾਂ ਦੇ ਰਿਵਿਊ ਲਈ ਸੀਗੀ ਇਹ ਕਾਨਫਰੰਸ। ਰਿਵਿਊ ਲੈਣ ਲਈ, ਫੀਡਬੈਕ ਕਿ ਕਿਵੇਂ ਉਹ ਪ੍ਰੋਜੈਕਟ ਚੱਲ ਰਹੇ ਨੇ, ਠੀਕ ਹੈ। ਤਾਂ ਇਹਨਾਂ ਨੂੰ ਇਨੈਗੋਰੇਟ ਇਹਨਾਂ ਨੇ ਕੀਤਾ ਸੀਗਾ, ਇਹ ਤੁਸੀਂ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਇਹਨੂੰ ਔਰਗੇਨਾਈਜ਼ ਕਿਹਨੇ ਕੀਤਾ ਸੀਗਾ? ਇਸ ਕਾਨਫਰੰਸ ਨੂੰ ਔਰਗੇਨਾਈਜ਼ ਕਿਹਨੇ ਕੀਤਾ ਸੀਗਾ? IIPA। ਕੀ ਫੁੱਲ ਫਾਰਮ ਬਣੀ ਇਹਦੀ? ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ। ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ। ਕਲੀਅਰ ਹੈ? ਇਹਨੂੰ ਤੁਸੀਂ ਯਾਦ ਕਰ ਲਿਓ। ਹਾਂਜੀ, ਨੈਕਸਟ ਨਿਊਜ਼ ਉੱਤੇ ਚੱਲਦੇ ਹਾਂ। ਸੌਰੀ, ਖਤਮ ਹੀ ਹੋ ਗਿਆ, ਮੈਂ ਧਿਆਨ ਨਹੀਂ ਦਿੱਤਾ। ਹਾਂਜੀ, ਕੀ ਹੈਗਾ? ਲਾਸਟ ਡੇ ਦੇ ਕੁਐਸਚਨਸ ਨੇ। ਲਾਸਟ ਡੇਜ਼ ਦੇ ਕੁਐਸਚਨ ਡਿਸਕਸ ਕਰਨ ਤੋਂ ਪਹਿਲਾਂ ਇੱਕ ਵਾਰ ਆਪਾਂ ਬਰੀਫਲੀ ਨਿਊਜ਼ ਨੂੰ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਐਕਸਰਸਾਈਜ਼ ਕੀਤੀ ਸੀ ਇੰਦਰਾ ਜਿਹੜੀ ਨੇਵੀ ਐਕਸਰਸਾਈਜ਼ ਹੈਗੀ ਇੰਡੀਆ ਅਤੇ ਰਸ਼ੀਆ ਦੀ ਹੈ। ਇਸ ਤੋਂ ਮੈਂ ਤੁਹਾਨੂੰ ਬਹੁਤ ਸਾਰੀਆਂ ਐਕਸਰਸਾਈਜ਼ ਕਰਾਈਆਂ ਹੈਗੀਆਂ, ਉਹ ਤੁਸੀਂ ਸਾਰੀਆਂ ਨੋਟ ਰੱਖਣੀਆਂ ਨੇ। ਜਦੋਂ ਵੀ ਇਨ ਫਿਊਚਰ, ਚਾਹੇ ਅੱਧੇ ਮਹੀਨੇ ਬਾਅਦ, ਹੈ ਨਾ, ਇੱਕ ਹਫ਼ਤੇ ਬਾਅਦ ਆ ਜਾਏ ਕੋਈ ਐਕਸਰਸਾਈਜ਼, ਆਪਾਂ ਸਾਰੀ ਰਿਵਾਈਜ਼ ਕਰਾਂਗੇ। ਇਸ ਲਈ ਪਲੀਜ਼ ਤੁਸੀਂ ਨੋਟ ਡਾਊਨ ਰੱਖਿਓ ਉਹਨਾਂ ਨੂੰ। ਇੰਪੋਰਟੈਂਟ ਬੁੱਕਸ ਦੇ ਵਿੱਚ ਆਪਾਂ ਕੀਤਾ ਲੈਟ ਅਸ ਡ੍ਰੀਮ ਪੋਪ ਫ੍ਰਾਂਸਿਸ ਦੀ ਸੀ, ਠੀਕ ਹੈ ਜੀ, ਯਾਦ ਰੱਖਣੀ ਹੈ। ਅਪੁਆਇੰਟਮੈਂਟ
पंजाब एंड सिंध बैंक के एमडी ते CEO श्री कृष्णन नूं लाया। देखो नाम इन्हां दे किने सिमिलर जे ने ना, तो ध्यान नाल याद कर लियो। साउथ इंडिया बैंक के मुरली राम कृष्णन नूं लाया। ठीक है जी। राज श्रीनिवास्तव किन्हों ने लाया? ये अंबैसडर लाए ने रिपब्लिक ऑफ क्रोएशिया के। PNR ने ਜਿਹੜੇ ਇਹਨਾਂ ਨੇ ਜਿੱਤਿਆ ऑनलाइन चैस टूरनामेंट 2020 इंपॉर्टेंट कॉन्फ्रेंस ਦੇ ਵਿੱਚ याद रखना है। अर्जुन मुंडा इनैगोरेट किया इन्होंने नैशनल ट्राइबल रिसर्च कॉन्फ्रेंस। क्लीयर है? हाँ जी। लास्ट डे के क्वेश्चनस ने ਇਹ ਜਿਹੜੇ ਤੁਹਾਨੂੰ ਮੈਂ ਦੱਸੇ ਸੀਗੇ ਪਿਛਲੇ ਵਾਰੀ। ਹੂ ਇਜ਼ ਰੀਸੈਂਟਲੀ ਅਪੁਆਇੰਟਡ ਐਜ਼ ਦੀ ਚੇਅਰਮੈਨ ਆਫ UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਹਾਂਜੀ, ਇਹ ਆਪਸ਼ਨ ਹੈ ਗਿਰੀਸ਼ ਚੰਦਰ ਮੁਰਮੂ, ਦੈਨ ਅਰਵਿੰਦ ਸਕਸੇਨਾ, ਦੈਨ ਪ੍ਰਦੀਪ ਕੁਮਾਰ ਜੋਸ਼ੀ, ਦੈਨ ਰਾਜੀਵ ਮਹਿਰਿਸ਼ੀ। ਹਾਂਜੀ, ਇਹਦਾ ਜਿਹੜਾ ਕਰੈਕਟ ਆਨਸਰ ਹੈਗਾ ਆਪਸ਼ਨ ਨੰਬਰ C ਹੈ, ਪ੍ਰਦੀਪ ਕੁਮਾਰ ਜੋਸ਼ੀ। ਦੇਖੋ ਜਿਹੜੇ ਚਾਰੇ ਆਪਸ਼ਨਸ ਨੇ ਮੈਂ ਧਿਆਨ ਨਾਲ ਇਨਕਲੂਡ ਕੀਤੇ ਨੇ ਕਿ ਚਾਰਾਂ ਤੋਂ ਤੁਹਾਨੂੰ ਇਨਫੋਰਮੇਸ਼ਨ ਦੇ ਸਕਾਂ। ਠੀਕ ਹੈ, ਤਾਂ ਦੇਖੋ ਇਹ ਤਾਂ ਹੋ ਗਿਆ ਇਹਦਾ ਕਰੈਕਟ ਆਨਸਰ। ਨਵੇਂ UPSC ਦੇ ਚੇਅਰਮੈਨ ਅਪੁਆਇੰਟ ਹੋਏ ਨੇ। ਠੀਕ ਹੈ, ਅੱਛਾ ਇਹ ਕਿਹਦੀ ਜਗ੍ਹਾ ਦੇ ਉੱਤੇ ਆਏ ਨੇ ਇਹ ਤੁਸੀਂ ਯਾਦ ਰੱਖਣਾ ਹੈਗਾ। ਅਰਵਿੰਦ ਸਕਸੇਨਾ ਦੀ ਜਗ੍ਹਾ ਦੇ ਉੱਤੇ ਆਏ ਨੇ। ਅਰਵਿੰਦ ਸਕਸੇਨਾ ਦੀ ਜਗ੍ਹਾ ਦੇ ਉੱਤੇ ਇਹ ਆਏ ਆ। ਠੀਕ ਹੈ, ਅੱਛਾ UPSC ਤੋਂ ਯਾਦ ਰੱਖ ਸਕਦੇ ਹੋ 1926 ਦੇ ਵਿੱਚ ਇਹ ਫਾਰਮ ਹੋਏ ਸੀ। ਨਿਊ ਦਿੱਲੀ ਦੇ ਵਿੱਚ ਕੀ ਹੈ ਇਹਦਾ ਹੈੱਡ ਕੁਆਟਰ ਹੈ। ਕਲੀਅਰ ਹੈ, ਇੰਨਾ ਕੁ ਯਾਦ ਰੱਖਣਾ। ਇਸ ਤੋਂ ਇਲਾਵਾ ਗਿਰੀਸ਼ ਚੰਦਰ ਮੁਰਮੂ ਨੇ ਜਿਹੜੇ ਆਪਣੇ ਨਵੇਂ ਕੈਗ ਅਪੁਆਇੰਟ ਹੋਏ ਨੇ, ਕੰਟਰੋਲਰ ਐਂਡ ਆਡੀਟਰ ਜਨਰਲ। ਗਿਰੀਸ਼ ਚੰਦਰ ਮੁਰਮੂ ਕੀ ਨੇ? ਆਪਣੇ ਨਵੇਂ ਕੈਗ, ਕੰਟਰੋਲਰ ਐਂਡ ਆਡੀਟਰ ਜਨਰਲ। ਇਹ ਕੰਟਰੋਲਰ ਨਹੀਂ ਹੁੰਦਾ, ਕੰਟਰੋਲਰ ਹੁੰਦਾ। ਓਕੇ, ਅੱਛਾ ਗਿਰੀਸ਼ ਚੰਦਰ ਮੁਰਮੂ ਹੋ ਗਿਆ। ਇਹ ਕਿਹਦੀ ਜਗ੍ਹਾ ਦੇ ਉੱਤੇ ਆਏ ਨੇ? ਰਾਜੀਵ ਮਹਿਰਿਸ਼ੀ ਦੀ ਜਗ੍ਹਾ ਦੇ ਉੱਤੇ ਆਏ ਨੇ। ਕਲੀਅਰ ਹੈ, ਇਹ ਯਾਦ ਰੱਖਣਾ। ਖਰਚਿਆਂ ਦਾ ਲੇਖਾ ਜੋਖਾ ਕਰਨਾ ਇਹਦਾ ਕੰਮ ਹੁੰਦਾ। ਮੈਂ ਜਦੋਂ ਤੁਹਾਨੂੰ ਕੈਗ ਬਾਰੇ ਇਹ ਨਿਊਜ਼ ਕਰਵਾਈ ਸੀ ਉਦੋਂ ਮੈਂ ਤੁਹਾਨੂੰ ਬਹੁਤ ਕਲੀਅਰਲੀ ਦੱਸਿਆ ਸੀਗਾ ਕਿ ਇਹਨਾਂ ਦਾ ਕੰਮ ਕੀ ਹੁੰਦਾ, ਡਿਟੇਲ 'ਚ ਸਮਝਾਇਆ ਸੀਗਾ। ਠੀਕ ਹੈ ਨਾ। ਹਾਂਜੀ, ਵਿਚ ਡੇ ਇਜ਼ ਅਬਜ਼ਰਵਡ ਐਜ਼ ਹੀਰੋਸ਼ੀਮਾ ਡੇ। ਇਹ ਕੁਐਸਚਨ ਹੈ ਤੁਹਾਡਾ। ਹੀਰੋਸ਼ੀਮਾ ਡੇ ਹੈ ਜਿਹੜਾ ਕਦੋਂ ਅਬਜ਼ਰਵ ਕੀਤਾ ਜਾਂਦਾ? 5 ਅਗਸਤ, 6 ਅਗਸਤ, 7 ਅਗਸਤ ਜਾਂ ਫਿਰ 9 ਅਗਸਤ। ਇਹਦਾ ਕਰੈਕਟ ਆਨਸਰ ਹੈ ਜੀ 6 ਅਗਸਤ। 6 ਅਗਸਤ ਨੂੰ ਹੀਰੋਸ਼ੀਮਾ ਡੇ ਮਨਾਇਆ ਜਾਂਦਾ। ਇਸੇ ਦਿਨ ਹੀ ਵਰਲਡ ਵਾਰ ਦੇ ਟਾਈਮ ਹੈ ਜਿਹੜਾ ਹੈ ਨਾ 1945 ਦੇ ਵਿੱਚ US ਨੇ ਜਾਪਾਨ ਦੇ ਉੱਤੇ ਬੰਬ ਥਰੋ ਕੀਤੇ ਸੀਗੇ, ਹੈ ਨਾ, ਬੰਬ ਸੁੱਟੇ ਸੀ ਨਾ, ਤਾਂ ਉਹਦੇ ਕਰਕੇ ਉਹ ਜਿਹੜਾ ਪਰਮਾਣੂ ਸੁੱਟਿਆ ਸੀਗਾ ਉਹਦਾ ਨਾਮ ਵੀ ਯਾਦ ਰੱਖਣਾ ਤੁਸੀਂ। ਲਿਟਲ ਬॉय ਨਾਮ ਦਾ ਸੁੱਟਿਆ ਸੀਗਾ। ਠੀਕ ਹੈ, ਤਾਂ ਉਹਦੇ ਕਰਕੇ ਜਿਹੜਾ ਡੇ ਹੈ ਸੈਲੀਬ੍ਰੇਟ ਕੀਤਾ ਜਾਂਦਾ। ਅੱਛਾ, ਉਦੋਂ ਤੱਕ ਜਿਹੜਾ US ਸੀਗਾ ਨਾ, US ਇਸ ਵਰਲਡ ਵਾਰ ਦੇ ਵਿੱਚ ਇਨਕਲੂਡ ਨਹੀਂ ਸੀਗਾ, ਬਟ ਜਾਪਾਨ ਨੇ US ਦੀ ਹਾਰਬਰ ਪਰਲ ਦੇ ਉੱਤੇ, ਪਰਲ ਨਾਮ ਦੀ ਇੱਕ ਬੰਦਰਗਾਹ ਸੀ, ਹਾਰਬਰ ਬੰਦਰਗਾਹ ਹੁੰਦੀ ਹੈ, ਉਹਦੇ ਉੱਤੇ ਨੇ ਅਟੈਕ ਕਰ ਸੀ US ਤੇ। ਉਸ ਤੋਂ ਬਾਅਦ US ਵੀ ਐਂਟਰ ਕਰ ਗਿਆ ਸੀ ਵਰਲਡ ਵਾਰ ਦੇ ਵਿੱਚ, ਤੇ ਬਦਲੇ ਦੇ ਵਿੱਚ US ਨੇ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਉੱਤੇ ਅਟੈਕ ਕੀਤਾ ਸੀ। ਅੱਛਾ, ਹੁਣ ਹੋ ਗਿਆ ਆਪਣਾ 6 ਅਗਸਤ ਦਾ ਡਿਸਕਸ। ਹੁਣ ਜੇ ਮੈਂ 7 ਅਗਸਤ ਦੀ ਗੱਲ ਕਰਾਂ, 7 ਅਗਸਤ ਨੂੰ ਨੈਸ਼ਨਲ ਹੈਂਡਲੂਮ ਡੇ ਮਨਾਇਆ ਜਾਂਦਾ। ਨੈਸ਼ਨਲ ਹੈਂਡਲੂਮ ਡੇ 9 ਅਗਸਤ ਨੂੰ ਮਨਾਇਆ ਜਾਂਦਾ। ਨਾਗਾਸਾਕੀ ਡੇ। ਠੀਕ ਹੈ, 9 ਅਗਸਤ ਨੂੰ। ਅੱਛਾ, ਨਾਗਾਸਾਕੀ ਡੇ ਦੇ ਟਾਈਮ ਜਿਹੜਾ ਬੰਬ ਸੁੱਟਿਆ ਗਿਆ ਸੀ ਉਹ ਫੈਟਮੈਨ ਉਹਦਾ ਨਾਮ ਹੈ। ਠੀਕ ਹੈ, ਫੈਟਮੈਨ। ਇੰਨੀ ਕੁ ਇਨਫੋਰਮੇਸ਼ਨ ਇਹ ਤਾਂ ਤੁਸੀਂ ਯਾਦ ਰੱਖ ਸਕਦੇ ਹੋ। ਹਾਂਜੀ, ਇਹ ਤੁਹਾਡੇ ਲਈ ਕੁਐਸਚਨਸ ਨੇ। ਰੀਸੈਂਟਲੀ ਵਿਚ ਬੈਂਕ ਅਨਾਊਂਸ ਟੂ ਯੂਜ਼ ਸੈਟੇਲਾਈਟ ਡਾਟਾ ਟੂ ਅਸੈਸ ਕ੍ਰੈਡਿਟ ਵਰਦੀਨੈਸ ਆਫ ਫਾਰਮਰਸ। ਕਹਿੰਦੇ ਰੀਸੈਂਟਲੀ ਕਿਹੜੇ ਬੈਂਕ ਨੇ ਅਨਾਊਂਸ ਕੀਤਾ ਕਿ ਉਹ ਸੈਟੇਲਾਈਟ ਡਾਟਾ ਹੈ ਜਿਹੜਾ ਇਹ ਯੂਜ਼ ਕਰੂਗਾ ਕਿਸ ਚੀਜ਼ ਦੇ ਲਈ? ਫਾਰਮਰਸ ਦੀ ਕ੍ਰੈਡਿਟ ਵਰਥੀਨੈਸ ਨੂੰ ਚੈੱਕ ਆਊਟ ਕਰਨ ਦੇ ਲਈ। ਠੀਕ ਹੈ, ਫਾਰਮਰ ਦੀ ਕ੍ਰੈਡਿਟ ਵਰਥੀਨੈਸ, ਕਿ ਉਹ ਲੋਨ ਵਗੈਰਾ ਕਿੰਨਾ ਕੁ ਪੇ ਕਰ ਸਕਦੇ ਨੇ। ਕ੍ਰੈਡਿਟ ਵਰਥੀਨੈਸ ਦਾ ਮਤਲਬ ਬੇਸਿਕਲੀ ਇਹ ਹੁੰਦਾ ਕਿ ਮੰਨ ਲਓ ਅੱਜ ਮੈਂ ਬੈਂਕ ਤੋਂ ਲੋਨ ਲੈ ਲਿਆ ਹੈ ਨਾ, ਤਾਂ ਮੈਂ ਪੇ ਕਰਨ ਦੀ ਮੇਰੀ ਕਪੈਸਿਟੀ ਹੈਗੀ ਹੈ ਕਿ ਨਹੀਂ, ਉਹ ਚੀਜ਼ ਹੁੰਦੀ ਕ੍ਰੈਡਿਟ ਵਰਥੀਨੈਸ। ਐਕਸਿਸ ਬੈਂਕ, HDFC ਬੈਂਕ, ਯੈਸ ਬੈਂਕ ਜਾਂ ਫਿਰ ICICI ਬੈਂਕ, ਇਹਦੀ ਕਰੈਕਟ ਇਨਫੋਰਮੇਸ਼ਨ ਦੇਣੀ ਹੈ। ਅਤੇ ਜਿਸ ਵੀ ਬੈਂਕ ਦਾ ਜਿਹੜਾ ਬੈਂਕ ਵੀ ਇਹਦਾ ਆਨਸਰ ਸਹੀ ਹੋਊਗਾ ਉਹਦੇ ਰਿਲੇਟਡ ਮੈਨੂੰ ਇਨਫੋਰਮੇਸ਼ਨ ਦੱਸ ਕੇ ਜਾਈਓ ਕਿ ਉਹ ਕਿਹੜੇ ਈਅਰ ਦੇ ਵਿੱਚ ਫਾਰਮ ਹੋਇਆ, ਉਹਦਾ ਹੈੱਡਕੁਆਟਰ ਕਿੱਥੇ ਹੈ, ਅਤੇ ਉਹਦੇ MD ਤੇ CEO ਜਾਂ ਹੈੱਡ ਵਗੈਰਾ ਜੋ ਵੀ ਹੁੰਦੇ ਆ ਉਹ ਤੁਸੀਂ ਦੱਸ ਸਕਦੇ ਹੋ। ਨੈਕਸਟ ਕੁਐਸਚਨ ਹੈ ਰੀਸੈਂਟਲੀ ਉਹ ਕਿਹੜੀ ਸਟੇਟ ਹੈ? ਰੀਸੈਂਟਲੀ ਵਿਚ ਸਟੇਟ ਆਫ ਇੰਡੀਆ ਸਟਾਰਟਡ YSR ਬਹਾਦਰੀ ਲਿਫਟ ਇਰੀਗੇਸ਼ਨ ਸਕੀਮ। ਰੀਸੈਂਟਲੀ ਕਿਹੜੀ ਸਟੇਟ ਹੈ ਇੰਡੀਆ ਦੀ ਜਿਹਨੇ ਸਟਾਰਟ ਕੀਤੀ ਹੈ YSR ਬਹਾਦਰੀ ਲਿਫਟ ਇਰੀਗੇਸ਼ਨ ਸਕੀਮ? ਗੁਜਰਾਤ ਹੈ, ਤਾਮਿਲਨਾਡੂ ਹੈ, ਮੱਧ ਪ੍ਰਦੇਸ਼ ਹੈ ਜਾਂ ਫਿਰ ਆਂਧਰਾ ਪ੍ਰਦੇਸ਼ ਹੈ? ਕਰੈਕਟ ਆਨਸਰ ਤਾਂ ਦੇਣਾ ਹੀ ਦੇਣਾ, ਪਲੱਸ ਜਿਹੜੀ ਵੀ ਉਹ ਸਟੇਟ ਹੋਊਗੀ ਉਹ ਸਟੇਟ ਨਾਲ ਰਿਲੇਟਡ ਮੈਂ ਕੋਈ ਨਾ ਕੋਈ ਫੈਕਟ ਤੁਹਾਨੂੰ 101% ਦੱਸਿਆ ਹੋਊਗਾ। ਕੋਈ ਵੀ ਫੈਕਟ ਹੋ ਸਕਦਾ। ਠੀਕ ਹੈ, ਤਾਂ ਜਿੰਨਾ ਵੱਧ ਮੈਕਸੀਮਮ ਲਿਖੋਗੇ ਤੁਹਾਡੀ ਉਨੀ ਰਿਵੀਜ਼ਨ ਹੈ। ਠੀਕ ਹੈ, ਮੈਨੂੰ ਪਤਾ ਲੱਗੂਗਾ ਕਿ ਮੇਰੇ ਦੱਸੇ ਫੈਕਟ ਤੁਹਾਨੂੰ ਕਿੰਨੇ ਕੁ ਯਾਦ ਰਹਿੰਦੇ ਨੇ। ਤਾਂ ਜ਼ਰੂਰ ਉਹ ਜਿਹੜੀ ਵੀ ਸਟੇਟ ਹੋਊਗੀ ਤਾਂ ਉਹਦੇ ਰਿਲੇਟਡ ਦੱਸ ਕੇ ਜਾਣੇ ਆ। ਕਲੀਅਰ ਹੈ ਜੀ? ਹਾਂਜੀ, ਮੈਂ ਤੁਹਾਨੂੰ ਜਿਵੇਂ ਕਿ ਦੱਸਿਆ ਹੀ ਸੀਗਾ ਪ੍ਰੀਵੀਅਸ ਵੀਡੀਓ ਦੇ ਵਿੱਚ ਆਪਾਂ ਕੁਝ ਕੁ ਹੈੱਡਕੁਆਟਰਸ ਕੀਤੇ ਸੀ ਜਿਹੜੇ ਕਿ ਜਨੇਵਾ ਤੋਂ ਸੀਗੇ, ਹੈ ਨਾ। ਜਨੇਵਾ ਤੁਸੀਂ ਅੱਜ ਦੇ ਡੇਜ਼ ਦੇ ਨਿਊਜ਼ ਘੱਟ ਸੀਗੇ, ਇਸ ਲਈ ਮੈਂ ਥੋੜ੍ਹਾ ਜਿਹਾ ਕੰਟੈਂਟ ਜ਼ਿਆਦਾ ਐਡ ਕਰਤਾ ਤਾਂ ਕਿ ਤੁਹਾਡੀ ਵੀਡੀਓ ਹੋਰ ਵੀ ਜ਼ਿਆਦਾ ਇਨਫੋਰਮੇਟਿਵ ਹੋ ਜੇ, ਹੈ ਨਾ। ਤਾਂ ਹੈੱਡਕੁਆਟਰ ਜਿਹਦਾ ਜਨੇਵਾ ਦੇ ਵਿੱਚ ਆਪਾਂ ਕਿਹੜੇ ਕੀਤੇ ਸੀ ਪਹਿਲਾਂ ਤਾਂ ਉਹੀ ਰਿਵਾਈਜ਼ ਕਰਦੇ ਹਾਂ। WHO, WTO, ILO। ਠੀਕ ਹੈ, WHO ਸੀ ਵਰਲਡ ਹੈਲਥ ਆਰਗੇਨਾਈਜੇਸ਼ਨ, ਅਤੇ ਇੱਕ WIPO ਕੀਤਾ ਸੀਗਾ, ਹੈ ਨਾ।
ठीक है। आ तुहानूं 4 ही करवाइयां सीगीਆਂ पिछले दे विच, तां आपां कुछ नवीआं करदे हां अज। वर्ल्ड मैटीरियोलॉजिकल ऑर्गेनाइजेशन, इहदा हैडकुआटर भी जनेवा च है। इंटरनैशनल कमेटी फॉर रैड क्रॉस ऑर्गेनाइजेशन, इहदा हैडकुआटर भी जनेवा च है। इंटरनैशनल स्टैंडर्डाइजेशन ऑर्गेनाइजेशन का हैडकुआटर भी जनेवा च है। ते UN कॉन्फ्रेंस ऑन ट्रेड एंड डेवलपमेंट, इन्हां दा हैडकुआटर भी कित्थे हैगा, जनेवा दे विच है। अच्छा हुण इहनूं थोड़ा याद करन दा तरीका दस दिंदी हां मैं थोड़ा जिहा। देखो पूरा पूरा याद करन बैठोगे ना इक्कोदम कुछ नहीं होना हैगा, है ना। तो देखो मैं जिवें तुहानूं पहलां वालियां करवाइयां WHO, WTO, ILO ते WIPO, ये तो तुहानूं ईजीली याद हो गई होणगियां। आ चारां दा लिंक दस दिंदी हां। एक वर्ड चक लो पहलां सारिਆਂ 'ਚ, मैटीरियोलॉजिकल चक लो, क्योंकि वर्ल्ड ते ऑर्गेनाइजेशन किसी दे मगर भी अगे पिछे लग सकता, कोई इशू नहीं हैगा इहदे च। एक्सट्रा वर्ड हैगा रैड क्रॉस वाला, ठीक है। कमेटी है किसी चीज़ की, किहदी, रैड क्रॉस वाली, है ना। ये की इनू तो तुम ISO आई याद कर सकते हो ना, इंटरनैशनल स्टैंडर्डाइजेशन ऑर्गेनाइजेशन, ISO नाल, ठीक है। आ की है UN कॉन्फ्रेंस है कोई ट्रेड ते डेवलपमेंट वाली, ट्रेड ते डेवलपमेंट वाली। मैं दोबारा पढ़ानी हाँ। देखो एक तो मैटीरियोलॉजिकल वर्ड चक लो, एक रैड क्रॉस, ठीक है। आ दोनों इकट्ठे एवं याद कर लियो। ISO ये नाल ही लिंक कर लो, तो यह UN कॉन्फ्रेंस है ट्रेड ते डेवलपमेंट, ठीक है। एक बार थोड़ा जिहा रिवीजन दे के देखते हैं पिछे करके, ਕਿਹੜੀ ਕਿਹੜੀ ਕੀਤੀ ਆਪਾਂ। WHO, WTO, ILO, WIPO, ISO ਕੀਤੀ, ਇੱਕ UN कॉन्फ्रेंस ਸੀਗੀ ट्रेड ਤੇ ਡਿਵੈਲਪਮੈਂਟ ਦੇ ਉੱਤੇ, ਇੱਕ ਮਟੀਰੀਓਲੋਜੀਕਲ ਸੀਗੀ, ठीक है। एक मटीरीओलॉजिकल नाल रिलेटेड सीगी, ते एक बस अपनी स्टैंडर्डाइजेशन वाली सीगी, ठीक है। ये सारियां तुसीं याद रखणियां ने। इस तरीके नाल बैटर वे नाल तुहाडी स्टैटिक जीके दा पार्ट भी नाल कवर हो जाऊगा, कोई इशू नहीं। जिहड़ियां ऑर्गेनाइजेशन इंपॉर्टेंट रहिंदी करंट अफेयर दे विच मैं आपे ही कवर करा दूँगी, बिल्कुल टेंशन लैण दी लोड़ नहीं। बस वीडियोज़ नूं स्किप ना करिया करो। देखो प्लीज़ अगर तुहानूं कंटेंट वधिया लगदा है ना, तुहानूं थोड़ी इन्फॉर्मेशन इनक्रीज हुंदी है, तुहानूं याद करन च हैल्प हुंदी है, तुहाडी रिवीजन हुंदी है, तो मेरे भी एफर्ट्स लगदे। वीडियोज़ नूं शेयर कर दिया करो प्लीज़। देखो तुहानूं कोई फर्क नहीं पैंदा है ना एक शेयर नाल, बट मैनूं फर्क पैंदा। सो प्लीज़ जे मेरे एफर्ट्स लग रहे हैं, मैनूं उन्ना क मुੱਲ मोड़ दिया करो, वीडियोज़ नूं शेयर कर दिया करो। तो लाइक करन नाल कुछ नहीं घसदा तुहाडा, है ना। थम्स अप सोहना लगता है ना, तो वो लाइक कर दिया करो, वीडियो में शेयर कर दिया करो, तो प्लीज़ नीचे कमेंट करके अपने रिव्यूज़ वगैरह जरूर दस दिया करो, ठीक है जी। हाँ जी, अनअकैडमी तो लाइव क्लासेस होंदियां जी फनकार सर दियां, ठीक है। वो जरूर विजिट करनियां ने, तुसीं जरूर देखनी, फ्री ऑफ कॉस्ट। उन्होंने बहुत सारा उन्होंने स्टडी मटीरियल उन्होंने पढ़ाया है, तो बहुत वधिया तरीके दे नाल उन्होंने करवाया है, जरूर उन्होंने देखना है। हाँ जी, तो डिस्क्रिप्शन बॉक्स एक बार चैकआउट कर लियो, तुहाडे काम दे लिंक उत्थे मिल जाणगे। टैलीग्राम ग्रुप है, WhatsApp ग्रुप है, उन्होंने लिंक उत्थों चक के तुसीं टैलीग्राम ग्रुप जरूर ज्वाइन करो। उत्थे हरेक वीडियो की अपडेट दी जाती है, ठीक है। तो मेरिया वीडियोज़ प्रीवियस भी जरूर देखनियां ने, ताकि तुहाडी रिवीजन बैटर वे नाल हो सके। तो सर का नंबर फ्लैश हो रहा स्क्रीन के उत्ते, इस नंबर के उत्ते कॉन्टैक्ट करके तुसीं जे कोई तुहाडा डाउट वगैरह तुसीं क्लीयर कर सकते हो, ठीक है जी। थैंक्स फॉर वॉचिंग दिस वीडियो, थैंक यू सो मच। प्लीज़ मेरी एक रिक्वेस्ट मान लियो, वीडियो में लाइक शेयर कमेंट जरूर कर दियो, शेयर 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 प्लीज़ शेयर, ठीक है जी। थैंक यू, मिलते हैं नैक्सट वीडियो।